शिक्षा को अपना दोस्त बनाने, तो भैया ने आज तक मुझे अपना दोस्त नहीं बनाया। अब मेरे से दोस्ती की गाड़ी कितनी आगे तक जाएगी, देखते जाइए। वाहे सतनाम वाहिगुरु सतनाम वाहिगुरु वाहिगुरु। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप वडभागे हो जो हर रोज सतगुरां दी गुरबाणी दी इतिहास दे सिखां दी जो जीवन है सिखां दा ਉਹਦੀ ਵਿਚਾਰ ਸੁਣ ਕੇ ਆਪ ਜੀ ਆਪਣੇ ਜੀਵਨ ਦੇ ਵਿੱਚ ਕਮਾਉਣ ਲਈ ਇਹ ਖੇਚਲ ਕਰਦੇ ਹੋ। ਉਹਦੇ ਵਾਸਤੇ ਵਿਸ਼ੇਸ਼ ਤੌਰ ਤੇ ਆਪ ਜੀ ਇਹਨਾਂ ਗੁਰਮਤਿ ਕਲਾਸਾਂ 'ਚ ਜੁੜ ਰਹੇ ਹੋ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਦਇਆ ਸਦਕਾ ਆਪਾਂ ਇਸ 11:30 ਵਜੇ ਵਾਲੀ ਕਲਾਸ ਦੇ ਅੰਦਰ ਜੋ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਹੈ, ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ, ਜਿਸ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਹੈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਆ ਉਹ ਕਰ ਰਹੇ ਹਾਂ ਕਿ ਕਿਵੇਂ ਕਿਵੇਂ ਸਤਿਗੁਰਾਂ ਦੇ ਹਜ਼ੂਰ ਸਿੱਖ ਆਉਂਦੇ ਆ ਕਿ ਪਾਤਸ਼ਾਹ ਉਹਨਾਂ ਨੂੰ ਉਪਦੇਸ਼ ਦੇ ਕਰਕੇ ਤੇ ਉਹਨਾਂ ਦਾ ਜੀਵਨ ਸਫਲਾ ਕਰਦੇ ਆ। ਜਿੱਥੇ ਇਹ ਸਵਾਲ ਸਿੱਖਾਂ ਦੇ ਹਨ, ਉਹਤੇ ਸਾਡੇ ਹੀ ਮਨ ਦੇ ਵਿੱਚ ਕਈਆਂ ਦੇ ਇਹੋ ਜਿਹੇ ਸਵਾਲ ਉੱਠਦੇ ਆ। ਸੋ ਇਹ ਸਾਡੇ ਕੋਲ ਬੜੀ ਵੱਡੀ ਉਦਾਹਰਨ ਹੈ ਜੋ ਭਾਈ ਮਨੀ ਸਿੰਘ ਜੀ ਨੇ ਲਿਖ ਕੇ ਸਿੱਖਾਂ ਨੂੰ ਦਿੱਤੀ ਹੈ ਕਿ ਭਾਈ ਇਸ ਤਰ੍ਹਾਂ ਜੇ ਆਪਣਾ ਜੀਵਨ ਜੀਵੋਗੇ ਤੇ ਤੁਹਾਡਾ ਵੀ ਕਲਿਆਣ ਹੋਵੇਗਾ ਜਿਵੇਂ ਇਹਨਾਂ ਗੁਰਸਿੱਖਾਂ ਦਾ ਕਲਿਆਣ ਹੋਇਆ। ਸੋ ਆਪਾਂ ਕੱਲ 18ਵੀਂ ਪੌੜੀ ਦੀ ਵਿਚਾਰ ਸੰਪੂਰਨ ਕਰ ਲਈ ਹੈ। ਅੱਜ ਆਪਾਂ ਸਾਧ ਸੰਗਤ 19ਵੀਂ ਜਿਹੜੀ ਪੌੜੀ ਹੈ ਉਹ ਆਰੰਭ ਕਰਨੀ ਹੈ। ਭਾਵੇਂ ਕਿ ਕੱਲ ਆਪਾਂ ਮੂਲ ਪਾਠ ਕਰ ਚੁੱਕੇ ਹਾਂ, ਪਰ ਫਿਰ ਵੀ ਵਿਸ਼ੇ ਦੇ ਨਾਲ ਜੁੜਨ ਦੇ ਲਈ ਆਪਾਂ ਫੇਰ ਜਿਹੜੀ ਆ ਇਸ ਦੀ ਆਰੰਭਤਾ ਕਰਦੇ ਹਾਂ। ਫਿਰ ਆਪਾਂ ਆਰੰਭਤਾ ਕਰਦੇ ਹਾਂ। ਮੈਂ ਆਪ ਜੀ ਦੀ ਸਕਰੀਨ ਉੱਪਰ ਜੋ ਕੱਲ ਆਪਾਂ 19ਵੀਂ ਪੌੜੀ ਵਿਚਾਰੀ ਸੀ ਉਸ ਨੂੰ ਫਿਰ ਆਪ ਜੀ ਦੀ ਸਕਰੀਨ ਤੇ ਸ਼ੋ ਕਰ ਦੇਵਾਂ ਤਾਂ ਕਿ ਫਿਰ ਦੁਬਾਰਾ ਆਪ ਜੀ ਵਿਸ਼ੇ ਦੇ ਨਾਲ ਜੁੜ ਸਕੋ ਤੇ ਸਿੱਖਾਂ ਦੇ ਨਾਮ ਜਿਹੜੇ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਲੱਗ ਸਕੇ। ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਸਿੱਖਾਂ ਦੇ ਨਾਮ ਦੀ ਜਿਹੜੀ ਆ ਉਹ ਵਿਚਾਰ ਕਰਨੀ ਹੈ। ਸੋ 19ਵੀਂ ਪੌੜੀ ਹੈ 11ਵੀਂ ਵਾਰ ਦੀ, ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ ਇਹ 19ਵੀਂ ਪੌੜੀ ਹੈ। ਸਿੱਖਾਂ ਦੇ ਨਾਮ ਹਨ ਗੰਗੂ ਨਾਊ ਸਹਿਗਲਾ, ਰਾਮਾ ਧਰਮਾ ਉਦਾ ਭਾਈ, ਜੱਟੂ ਭੱਟੂ ਵੇਤਿਆ, ਫਿਰਨਾ ਸੂਦ ਵੱਡਾ ਸੱਤ ਭਾਈ, ਭੋਲੂ ਭੱਟੂ ਜਾਣੀਅਨ, ਸਨਮੁਖ ਤੇ ਵਾੜੀ ਸੁਖਦਾਈ, ਡੱਲਾ ਭਾਗੀ ਭਗਤ ਹੈ, ਜਾਪੂ ਨਿਵਲਾ ਗੁਰ ਸਰਨਾਈ, ਮੂਲਾ ਸੂਜਾ ਧਾਵਣੇ, ਚੰਦੂ ਚੌਝੜ ਸੇਵ ਕਮਾਈ, ਰਾਮਦਾਸ ਭੰਡਾਰੀਆ, ਬਾਲਾ ਸਾਈਂ ਦਾਸ ਧਿਆਈ, ਗੁਰਮੁਖ ਵਿਸ਼ਨੂੰ ਬੀਬੜਾ, ਮਾਛੀ ਸੁੰਦਰ ਗੁਰਮਤਿ ਪਾਈ, ਸਾਧ ਸੰਗਤ ਵੱਡੀ ਵਡਿਆਈ। ਸਾਧ ਸੰਗਤ ਦੀ ਇਹ ਬਹੁਤ ਹੀ ਵੱਡੀ ਵਡਿਆਈ ਹੈ ਜਿਹਦੇ ਬਾਰੇ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹਨਾਂ ਗੁਰਸਿੱਖਾਂ ਦੀ ਕਲਿਆਣ ਸਤਿਗੁਰਾਂ ਦੀ ਸੰਗਤ ਵਿੱਚ ਆਉਣ ਕਰਕੇ ਹੋਈ। ਤਾਂ ਕਰਕੇ ਇਹ ਵੱਡੀ ਵਡਿਆਈ ਹੈ ਸੰਗਤ ਦੀ। ਜੋ ਗੁਰੂ ਦੀ ਸੰਗਤ ਕਰਦਾ ਹੈ, ਜੋ ਸਤਿਗੁਰੂ ਦੀ ਸੰਗਤ ਕਰਦਾ ਹੈ, ਉਹ ਵੱਡੀ ਵਡਿਆਈ ਹੈ ਸੰਗਤ ਦੀ, ਜਿਹਦੇ ਨਾਲ ਸਿੱਖ ਦਾ ਜੀਵਨ ਤਬਦੀਲ ਹੋ ਜਾਂਦਾ ਹੈ। ਗੰਗੂ, ਫਿਰ ਉਸ ਤੋਂ ਬਾਅਦ ਗੰਗੂ ਨਾਊ ਸੈਗਲ ਜਾਤ ਦਾ ਹੈ। ਰਾਮਾ ਧਰਮਾ ਤੇ ਉਦਾ ਇਹ ਆਪਸ ਦੇ ਵਿੱਚ ਭਰਾ ਹਨ। ਪਹਿਲੀ ਪੌੜੀ 'ਚ ਗੰਗੂ ਨਾਊ ਸਹਿਗਲਾ ਇੱਕ, ਇਹ ਰਾਮਾ ਧਰਮਾ ਉਦਾ ਭਾਈ ਇਹ ਤਿੰਨ ਭਰਾ। ਫਿਰ ਉਸ ਤੋਂ ਬਾਅਦ ਜੱਟੂ ਭੱਟੂ, ਫਿਰ ਫਿਰਨਾ ਸੂਦ ਇਹ ਸਿੱਖ ਹਨ। ਫਿਰ ਭੋਲੂ ਭੱਟੂ
ਨਾਮੇ ਸਿੱਖ ਹਨ, ਤਿਵਾੜੀ ਪੰਡਤ ਹੈ, ਡੱਲਾ ਭਾਗੀ ਜਾਪੂ ਤੇ ਨਿਵਲਾ, ਮੂਲਾ ਤੇ ਸੂਜਾ, ਧਾਵਣ ਜਾਤ ਦੇ, ਚੰਦੂ ਚੌਚੜ। ਫਿਰ ਰਾਮਦਾਸ ਸਤਿਗੁਰਾਂ ਦਾ ਰਸੋਈਆ ਹੈ, ਭੰਡਾਰੀ, ਜਿਹਨੂੰ ਆਪਾਂ ਸਟੋਰ ਕੀਪਰ ਕਹਿ ਦਿੰਦੇ ਆ, ਜੋ ਰਾਸ਼ਨ ਦੇਣ ਵਾਲਾ ਹੁੰਦਾ ਹੈ। ਇਹ ਰਾਮਦਾਸ ਸਤਿਗੁਰਾਂ ਦਾ ਰਸੋਈਆ ਹੈ, ਭੰਡਾਰੀ ਹੈ, ਭੰਡਾਰੇ ਦੇ ਵਿੱਚੋਂ ਰਸਤਾ ਵੰਡਣ ਵਾਲਾ ਹੈ। ਬਾਲਾ ਤੇ ਸਾਈਂ ਦਾਸ, ਫਿਰ ਵਿਸ਼ਨੂੰ ਬੀਬੜਾ ਤੇ ਸੁੰਦਰ ਮਾਛੀ। ਇਹ ਸਤਿਗੁਰਾਂ ਦੇ ਹਜ਼ੂਰ ਆਏ ਆ। ਕਿਵੇਂ ਇਹਨਾਂ ਦੀ ਸਾਖੀ ਚੱਲੀ ਉਹ ਆਪਾਂ ਹੁਣ ਵਿਚਾਰ ਕਰਦੇ ਆ ਕਿ ਕਿਵੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ, ਕਿਵੇਂ ਇਹਨਾਂ ਦੀ ਜਿਹੜੀ ਹੈ ਉਹ ਕਲਿਆਣ ਹੋਈ ਆ। ਕੀ ਆਣ ਕੇ ਸਵਾਲ ਕਰਦੇ ਆ ਪਾਤਸ਼ਾਹ ਨੂੰ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਹਨ ਸਾਰੇ। ਸਭ ਤੋਂ ਪਹਿਲਾ ਹੈ ਗੰਗੂ ਸਹਿਗਲ ਜਾਤ ਦਾ, ਰਾਮਾ, ਧਰਮਾ ਤੇ ਊਧਾ। ਇਹ ਚਾਰੇ ਜਾਣੇ ਸਤਿਗੁਰਾਂ ਦੇ ਹਜ਼ੂਰ ਆਏ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਇਹਨਾਂ ਆਣ ਕੇ ਬੇਨਤੀ ਕੀਤੀ ਆ ਕਿ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਿਹੜੇ ਹਨ ਉਹ ਬ੍ਰਹਮ ਰੂਪ ਹਨ, ਬ੍ਰਹਮ ਦਾ ਰੂਪ ਹਨ, ਪਰਮੇਸ਼ਵਰ ਦਾ ਰੂਪ ਹਨ। ਤੇ ਸਤਿਗੁਰਾਂ ਨੇ ਬ੍ਰਹਮ ਦੀ ਜਿਹੜੀ ਹੈ ਉਹ ਅੰਤ ਕਿਤੇ ਦੱਸਿਆ ਕਿ ਸਤਿਗੁਰਾਂ ਨੇ ਬ੍ਰਹਮ ਦਾ ਅੰਤ ਦੱਸਿਆ ਹੋਵੇ। ਸਾਨੂੰ ਇਹ ਗੱਲ ਸਮਝ ਨਹੀਂ ਆਈ ਕਿ ਜੇ ਗੁਰੂ ਨਾਨਕ ਸਾਹਿਬ ਜੀ ਬ੍ਰਹਮ ਦਾ ਰੂਪ ਹਨ, ਸਾਖਿਆਤ ਬ੍ਰਹਮ ਹਨ, ਸਾਖਿਆਤ ਪਰਮੇਸ਼ਰ ਹਨ, ਫਿਰ ਉਹ ਆਪਣਾ ਅੰਤ ਦੱਸਿਆ ਹੋਏਗਾ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਬ੍ਰਹਮ ਹੈ ਉਹ ਆਪਣਾ ਅੰਤ ਜਾਣਦਾ ਹੁੰਦਾ ਹੈ। ਕਿਤੇ ਨਾ ਕਿਤੇ ਤੇ ਗੁਰੂ ਨਾਨਕ ਸਾਹਿਬ ਨੇ ਅੰਤ ਦੱਸਿਆ ਹੋਏਗਾ ਪਰਮੇਸ਼ਵਰ ਦਾ, ਸਾਨੂੰ ਥੋੜਾ ਦੱਸਣਾ ਕਰੋ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸਤਿਗੁਰਾਂ ਨੇ ਕਿਹਾ ਕਿ ਜੇ ਬ੍ਰਹਮ ਦਾ ਕੋਈ ਅੰਤ ਹੋਵੇ ਤੇ ਫਿਰ ਕਿਹਾ ਜਾ ਸਕਦਾ। ਸਿੱਖੋ, ਜੇ ਬ੍ਰਹਮ ਦਾ ਕੋਈ ਅੰਤ ਹੋਵੇ ਤੇ ਕਿਹਾ ਜਾਵੇ। ਬ੍ਰਹਮ ਬੇਅੰਤ ਹੈ ਤੇ ਉਸ ਬੇਅੰਤ ਨੂੰ ਬੇਅੰਤ ਕਹਿਣਾ ਹੀ ਉਹਦਾ ਅੰਤ ਪਾਉਣਾ ਹੈ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਜੀ ਨੇ ਕਿ ਵੱਡੇ ਸਤਿਗੁਰਾਂ ਨੇ ਬਾਣੀ 'ਚ ਕਿਹਾ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਕਿ ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਨਾ ਬੇਅੰਤ ਕਹਿ ਕੇ ਉਹਦਾ ਅੰਤ ਪਾ ਲਿਆ। ਸਤਿਗੁਰੂ ਕਹਿੰਦੇ ਉਹਨੂੰ ਬੇਅੰਤ ਕਵਾਂਗੇ ਫਿਰ ਇਹੀ ਉਹਦਾ ਅੰਤ ਪਾਉਣਾ ਹੈ। ਉਸ ਪਰਮੇਸ਼ਰ ਨੂੰ ਬੇਅੰਤ ਕਹਿ ਦੇਣਾ, ਇਹੀ ਉਸ ਪਰਮੇਸ਼ਰ ਦਾ ਅੰਤ ਪਾਉਣਾ ਹੈ। ਜੇ ਸਤਿਗੁਰੂ ਕੁਛ ਇਹਨਾਂ ਕਿਹਾ ਕਿ ਸਤਿਗੁਰੂ ਫਿਰ ਉਸ ਪਰਮੇਸ਼ਰ ਦਾ ਅੰਤ ਜਾਣਦੇ ਨਹੀਂ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਆਪ ਬ੍ਰਹਮ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਜਾਣਦੇ ਸਨ ਸਾਰਾ ਕੁਛ। ਉਹਨਾਂ ਨੂੰ ਪਤਾ ਸੀ ਕਿ ਪਰਮੇਸ਼ਰ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ। ਪਰ ਜੇ ਉਹ ਇਸ ਤਰ੍ਹਾਂ ਦੀ ਵਿਚਾਰ ਦਿੰਦੇ ਤੇ ਉਹ ਵਿਚਾਰ ਜਿਹੜੀ ਹੈ ਉਹ ਸੰਸਾਰ ਦੇ ਲੋਕਾਂ ਨੇ ਮੰਨਣੀ ਨਹੀਂ। ਇਸ ਕਰਕੇ ਸਤਿਗੁਰਾਂ ਨੇ ਇਹ ਵਿਚਾਰ ਦਿੱਤੀ ਕਿ ਉਹ ਬ੍ਰਹਮ ਜਿਹੜਾ ਬੇਅੰਤ ਹੈ ਤੇ ਸਿੱਖੋ ਉਸ ਨੂੰ ਬੇਅੰਤ ਕਹੀ ਜਾਓ ਤੇ ਤੁਹਾਡਾ ਵੀ ਕਲਿਆਣ ਹੋਵੇਗਾ। ਉਸ ਪਰਮੇਸ਼ਰ ਨੂੰ ਬੇਅੰਤ ਕਹੋਗੇ ਤੁਹਾਡਾ ਵੀ ਕਲਿਆਣ ਹੋਵੇਗਾ। ਇਸ ਕਰਕੇ ਉਸ ਪਰਮੇਸ਼ਰ ਨੂੰ ਬੇਅੰਤ ਕਿਹਾ ਕਰੋ। ਇਸ ਤਰ੍ਹਾਂ ਇਹਨਾਂ ਚਾਰਾਂ ਜਾਣਿਆਂ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਅਗਲੇ ਸਿੱਖ ਹਨ ਭਾਈ ਜੱਟੂ, ਭੱਟੂ ਤਤ ਵੇਤੇ ਤੇ ਫਿਰਨਾ ਸੂਦ ਤੇ ਭੋਲੂ ਭੱਟੂ ਤਿਵਾਰੀ। ਇਹ ਸਤਿਗੁਰਾਂ ਦੇ ਹਜ਼ੂਰ ਆਏ ਆ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ, ਤੇ ਆਣ ਕੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਅਸੀਂ ਪ੍ਰਚਾਰ ਕਰਨ ਵਾਸਤੇ, ਅਸੀਂ ਤੁਹਾਡੇ ਸਿੱਖ ਹਾਂ, ਪ੍ਰਚਾਰ ਕਰਨ ਵਾਸਤੇ ਗਏ ਸੀ ਹਰਿਦੁਆਰ ਵਾਲੀ ਸਾਈਡ, ਤੇ ਸਾਨੂੰ ਪੰਡਤਾਂ ਨੇ ਇੱਕ ਸਵਾਲ ਕੀਤਾ ਹੈ। ਮਹਾਰਾਜ ਸਤਿਗੁਰਾਂ ਨੇ ਕਿਹਾ ਦੱਸੋ ਕੀ ਸਵਾਲ ਕੀਤਾ ਹੈ। ਕੀ ਸਵਾਲ ਕੀਤਾ ਪੰਡਤਾਂ ਨੇ ਤੁਹਾਨੂੰ? ਕਿਆ ਸਤਿਗੁਰੂ ਸਾਨੂੰ ਪੰਡਤਾਂ ਨੇ ਸਵਾਲ ਕੀਤਾ ਕਿ ਭਾਈ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਹਨ? ਗੁਰੂ ਨਾਨਕ ਸਾਹਿਬ ਦੇ ਗੁਰੂ ਬਾਰੇ ਦੱਸੋ। ਕਿਉਂਕਿ ਸੰਸਾਰ ਦੇ ਉੱਤੇ ਇਸ ਹਿੰਦੁਸਤਾਨ ਦੀ ਇਹ ਰੀਤ ਹੈ ਕਿ ਹਰ ਕਿਸੇ ਦਾ ਗੁਰੂ ਧਾਰਨ ਕਰਨਾ ਬੜਾ ਜ਼ਰੂਰੀ ਹੈ। ਤੇ ਤੁਹਾਡਾ ਗੁਰੂ ਨਾਨਕ ਹੈ, ਤੇ ਜੇ ਤੁਹਾਡਾ ਗੁਰੂ ਨਾਨਕ ਹੈ ਫਿਰ ਗੁਰੂ ਨਾਨਕ ਦਾ ਗੁਰੂ ਕੌਣ ਹੈ? ਸਾਨੂੰ ਇਹ ਦੱਸੋ ਪਾਤਸ਼ਾਹ
ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਗੁਰੂ ਅਰਜਨ ਪਾਤਸ਼ਾਹ ਨੂੰ ਤੇ ਫਿਰ ਤੁਹਾਨੂੰ ਦੱਸਾਂਗੇ। ਤੇ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਇਹੀ ਆਪ ਜੀ ਦੇ ਹਜ਼ੂਰ ਬੇਨਤੀ ਹੈ ਕਿ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ, ਕੌਣ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਗੁਰੂ। ਤੇ ਉਸ ਸਮੇਂ ਫਿਰ ਸਤਿਗੁਰਾਂ ਨੇ ਬਚਨ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਜਿਹੜਾ ਹੈ ਉਹ ਨਿਰੰਕਾਰ ਅੰਤਰਜਾਮੀ ਪਰਮੇਸ਼ਰ ਗੁਰੂ ਹੈ। ਪਾਤਸ਼ਾਹ ਸਾਨੂੰ ਚੰਗੀ ਤਰ੍ਹਾਂ ਸਮਝਾਓ, ਸਮਝ ਨਹੀਂ ਪਈ ਕਿ ਨਿਰੰਕਾਰ ਅੰਤਰਜਾਮੀ ਗੁਰੂ ਨਾਨਕ ਸਾਹਿਬ ਦਾ ਗੁਰੂ ਕਿਵੇਂ ਹੋਇਆ। ਸਗੋਂ ਤੁਸੀਂ ਤੇ ਕਹਿੰਦੇ ਹੋ ਕਿ ਗੋ ਦਾ ਅਰਥ ਹੈ ਹਨੇਰਾ ਤੇ ਰੋ ਦਾ ਅਰਥ ਹੈ ਚਾਨਣ, ਜਿਹੜਾ ਸਾਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾਵੇ ਉਹ ਗੁਰੂ ਹੁੰਦਾ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਹਨੇਰੇ ਤੋਂ ਚਾਨਣ ਵਾਲੇ ਪਾਸੇ ਕੌਣ ਲੈ ਕੇ ਗਿਆ? ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਸਤਿਗੁਰਾਂ ਨੇ ਕਿਹਾ ਸਿੱਖੋ, ਅਸਲ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਆਪ ਹੀ ਚਾਨਣ ਹਨ ਤੇ ਜਿਹੜਾ ਚਾਨਣ ਹੁੰਦਾ ਹੈ ਉਹਨੂੰ ਕਿਤੇ ਵੀ ਕਿਤੇ ਚਾਨਣ ਲੈਣ ਦੀ ਲੋੜ ਨਹੀਂ ਪੈਂਦੀ। ਸਤਿਗੁਰਾਂ ਨੇ ਕਿਹਾ ਕਦੀ ਸੂਰਜ ਨੂੰ ਲੋੜ ਪਈ ਹੈ ਕਿ ਉਹ ਕਿਸੇ ਦੇ ਕੋਲੋਂ ਚਾਨਣ ਮੰਗੇ? ਹਾਂ, ਚੰਦਰਮਾ ਨੂੰ ਲੋੜ ਪੈਂਦੀ ਹੈ, ਉਹ ਸੂਰਜ ਦੇ ਕੋਲੋਂ ਧਰਤੀ ਦੇ ਕੋਲੋਂ ਚਾਨਣ ਪ੍ਰਕਾਸ਼ ਲੈਂਦਾ ਹੈ, ਪਰ ਕਦੀ ਸੂਰਜ ਨੇ ਕਿਸੇ ਤੋਂ ਪ੍ਰਕਾਸ਼ ਨਹੀਂ ਨਾ ਲਿਆ। ਇਸ ਕਰਕੇ ਸੂਰਜ ਦਾ ਆਪਣਾ ਪ੍ਰਕਾਸ਼ ਹੈ, ਉਹ ਵੀ ਪਰਮੇਸ਼ਰ ਕੋਲੋਂ ਪ੍ਰਕਾਸ਼ ਲੈਂਦਾ ਹੈ, ਉਹ ਵੀ ਗੁਰੂ ਨਾਨਕ ਦੇ ਕੋਲੋਂ ਪ੍ਰਕਾਸ਼ ਲੈਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਚਾਨਣ ਰੂਪ ਹਨ, ਆਪ ਹੀ ਗੁਰੂ ਰੂਪ ਹੋਏ ਹਨ। ਤੇ ਇਹਨਾਂ ਕਿਹਾ ਸਤਿਗੁਰੂ ਥੋੜਾ ਹੋਰ ਡਿਟੇਲ ਨਾਲ ਸਮਝਾਓ ਕਿ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਉਂ ਗੁਰੂ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਨੂੰ? ਸਤਿਗੁਰਾਂ ਨੇ ਕਿਹਾ ਜੋ ਨਿਰੰਕਾਰ ਅਕਾਲ ਪੁਰਖ ਪ੍ਰਮਾਤਮਾ ਹੈ ਨਾ, ਜੋ ਸਾਰਿਆਂ ਦੀ ਮਨ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ, ਉਹ ਅੰਤਰਗਤ ਗਿਆਨ ਜਿਹੜਾ ਹੈ, ਉਹ ਅੰਤਰਗਤ ਸ਼ਬਦ ਜਿਹੜਾ ਹੈ, ਉਹ ਗੁਰੂ ਨਾਨਕ ਦਾ ਗੁਰੂ ਹੋਇਆ ਹੈ। ਤੇ ਅਗਲੀ ਜਿਹੜੀ ਮਰਿਆਦਾ ਹੈ ਉਹ ਸਰੀਰ ਦੀ ਮਰਿਆਦਾ ਹੈ। ਸਰੀਰ ਦੀ ਮਰਿਆਦਾ ਸਮਝਣਾ ਧਿਆਨ ਨਾਲ। ਸਰੀਰ ਦੀ ਮਰਿਆਦਾ ਜਿਹੜੀ ਹੈ ਨਾ, ਸਿਰਫ ਉਹਨੂੰ ਧਿਆਨ 'ਚ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਜੋਤ ਉਹਨਾਂ ਦੇ ਵਿੱਚ ਲੀਨ ਕਰ ਦਿੱਤੀ, ਜੋਤ ਉਹਨਾਂ 'ਚ ਟਿਕਾ ਦਿੱਤੀ। ਜਿਵੇਂ ਵਾਹਿਗੁਰੂ ਜੋ ਗੁਰੂ ਘਰ ਦੇ ਰਬਾਬੀਏ ਹੋਏ ਹਨ, ਉਹਨਾਂ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਘਰ ਦੇ ਰਬਾਬੀਏ ਉਹਨਾਂ ਨੇ ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ, ਉਹਨਾਂ ਨੇ ਬਖਸ਼ਿਸ਼ ਕੀਤਾ ਹੈ ਨਾ, ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਕਿਹੜੀ ਹੈ? ਗੁਰੂ ਨਾਨਕ ਸਾਹਿਬ ਵਾਲੀ। ਜੁਗਤੀ ਕਿਹੜੀ ਹੈ? ਗੁਰੂ ਨਾਨਕ ਸਾਹਿਬ ਵਾਲੀ। ਜੋਤ ओहा ਜੁਗਤ ਸਾਏ। ਅੱਗੇ ਕਿਹੜੀ ਮਰਿਆਦਾ? ਸਤਿਗੁਰਾਂ ਨੇ ਕਿਹਾ ਸਰੀਰ ਦੀ ਮਰਿਆਦਾ। ਸਿਰਫ ਸਰੀਰ ਦੀ ਮਰਿਆਦਾ ਸਤਿਗੁਰਾਂ ਨੇ ਨਿਭਾਈ ਹੈ, ਕਿਉਂਕਿ ਸਰੀਰ ਖਤਮ ਹੋਣ ਵਾਲਾ ਹੈ, ਨਾਸ਼ਵਾਨ ਹੈ। ਇਸ ਕਰਕੇ ਸਤਿਗੁਰਾਂ ਨੇ ਜਿਹੜੀ ਬ੍ਰਹਮ ਜੋਤੀ ਹੈ, ਜੋ ਬ੍ਰਹਮ ਰੂਪ ਪਰਮੇਸ਼ਰ ਹੈ, ਉਹ ਗੁਰੂ ਅੰਗਦ ਦੇਵ ਪਾਤਸ਼ਾਹ ਟਿਕਾ ਦਿੱਤਾ। ਇਸ ਕਰਕੇ ਸਿੱਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਜਿਹੜੇ ਉਹ ਗਿਆਨ ਰੂਪ ਹਨ, ਗੁਰੂ ਨਾਨਕ ਸਾਹਿਬ ਜਿਹੜੇ ਬ੍ਰਹਮ ਰੂਪ ਹਨ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਹੈ ਗੁਰੂ, ਉਹ ਪਰਮੇਸ਼ਰ ਨਿਰੰਕਾਰ ਹੈ, ਜੋ ਸ਼ਬਦ ਸਰੂਪ ਹੋ ਕਰਕੇ ਵਿਚਰ ਰਿਹਾ ਹੈ। ਤੇ ਉਹ ਜਿਹੜੀ ਹੈ ਸਰੀਰ ਦੀ ਮਰਿਆਦਾ ਨਿਭਾਉਣ ਵਾਸਤੇ ਸਤਿਗੁਰਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ, ਤਾਂ ਕਿ ਸਰੀਰ ਦੀ ਮਰਿਆਦਾ ਵੀ ਨਾਲ ਨਾਲ ਨਿਭੀ ਜਾਵੇ ਤੇ ਜੋਤ ਦੀ ਤੇ ਜੁਗਤ ਦੀ ਮਰਿਆਦਾ ਉਹੀ ਰੱਖੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਕੋਲ ਸੀ। ਇਸ ਕਰਕੇ ਸਿੱਖੋ, ਜਿਹੜਾ ਚਾਨਣ ਹੁੰਦਾ ਹੈ, ਉਸ ਚਾਨਣ ਨੂੰ ਕਿਤੇੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ। ਅਸੀਂ ਸਾਰੇ ਜੀਵ ਹਨੇਰੇ ਵਿੱਚ ਆ, ਸਾਨੂੰ ਗੁਰੂ ਦੀ ਲੋੜ ਪੈਂਦੀ ਆ, ਅਸੀਂ ਅੰਧਕਾਰ ਤੋਂ ਪ੍ਰਕਾਸ਼ ਵੱਲ ਜਾਣਾ ਹੈ। ਪਰ ਗੁਰੂ ਨਾਨਕ ਸਾਹਿਬ ਤੇ ਆਪ ਖੁਦ ਪ੍ਰਕਾਸ਼ ਹਨ, ਉਹਨਾਂ ਨੂੰ ਕਿਵੇਂ ਜਿਹੜਾ ਹੈ ਉਹ ਚਾਨਣ ਵੱਲ ਜਾਣਾ ਪਵੇਗਾ? ਉਹ ਤੇ ਆਪ ਚਾਨਣ ਵੰਡਣੇ ਸੰਸਾਰ ਤੇ ਆਏ। ਅੱਜ ਵੀ ਸਵਾਲ ਕਰਦੇ ਆ ਨਾ ਕਈ ਲੋਕ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹਨਾਂ ਦਾ ਗੁਰੂ ਕੋਈ ਨਾ ਕੋਈ ਹੋਵੇਗਾ, ਜਿਨ੍ਹਾਂ ਤੋਂ ਉਹਨਾਂ ਸਿੱਖਿਆ ਪ੍ਰਾਪਤ ਕੀਤੀ ਹੋਏਗੀ, ਉਹਨਾਂ ਪੜ੍ਹੇ ਹੋਣਗੇ। ਇੱਥੋਂ ਤੱਕ ਵੀ ਕਹਿ ਦਿੰਦੇ ਅੱਜ ਕੱਲ੍ਹ ਦੇ ਲੋਕ ਕਿ ਜਿਹੜੀਆਂ ਸਾਖੀਆਂ ਹਨ, ਜਿਵੇਂ ਪਾਂਧੇ ਨੂੰ ਪੜ੍ਹਾਉਣ ਵਾਲੀ ਸਾਖੀ, ਕਾਜੀ ਨੂੰ ਪੜ੍ਹਾਉਣ ਵਾਲੀ, ਉਹ ਕਹਿੰਦੇ ਕਿ ਫਿਰ ਤੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੀਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਕੋਲੋਂ ਪੜ੍ਹੇ ਆ, ਗੁਰੂ ਨਾਨਕ ਸਾਹਿਬ ਜੀ ਕੋਲ ਬਹੁਤ ਗਿਆਨ ਸੀ। ਸਾਧ ਸੰਗਤ, ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਾਂਧੇ ਕੋਲ ਪੜ੍ਹੇ ਹੁੰਦੇ ਤੇ ਪਾਂਧੇ ਨੇ ਹਿੱਕ ਠੋਕ ਕੇ ਕਹਿਣਾ ਸੀ ਕਿ ਗੁਰੂ ਨਾਨਕ ਦਾ ਗੁਰੂ ਮੈਂ ਆ। ਜੇ ਕਾਜੀ ਕੋਲ ਪੜ੍ਹੇ ਹੁੰਦੇ ਤੇ ਕਾਜੀ ਨੇ ਅੱਗੇ ਹੋ ਕੇ ਸਭ ਤੋਂ ਪਹਿਲਾਂ ਕਹਿਣਾ ਸੀ ਗੁਰੂ ਨਾਨਕ ਦਾ ਗੁਰੂ ਮੈਂ ਆ, ਮੈਂ ਨਾਨਕ ਨੂੰ ਪੜ੍ਹਾਇਆ। ਉਹ ਤਾਂ ਦੋਵੇਂ ਹੱਥ ਜੋੜ ਗਏ ਸੀ ਕਿ ਨਹੀਂ,
ਨਾਨਕ ਜਿਹੜਾ ਉਹ ਤੇ ਆਪ ਪਰਮੇਸ਼ਰ ਹੈ। ਨਾਨਕ ਨੂੰ ਅਸੀਂ ਪੜ੍ਹਾ ਨਹੀਂ ਸਕਦੇ। ਪਾਂਧੇ ਨੇ ਵੀ ਹੱਥ ਜੋੜ ਦਿੱਤੇ, ਕਾਜੀ ਨੇ ਵੀ ਹੱਥ ਜੋੜ ਦਿੱਤੇ। ਅੱਜ ਕੱਲ ਦੇ ਵਿਦਵਾਨ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਇਹਨਾਂ ਦੇ ਕੋਲੋਂ ਪੜ੍ਹੇ ਸੀ। ਜੇ ਪੜ੍ਹੇ ਹੁੰਦੇ ਤੇ ਉਹਨਾਂ ਫਿਰ ਕਹਿਣਾ ਸੀ ਉਸ ਸਮੇਂ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ ਬੜੀ ਸੀ ਉਸ ਸਮੇਂ, ਤੇ ਉਹਨਾਂ ਨੇ ਫਿਰ ਲੋਕਾਂ ਨੂੰ ਜਾ ਦੱਸਣਾ ਸੀ ਕਿ ਗੁਰੂ ਨਾਨਕ ਸਾਹਿਬ ਸਾਡੇ ਕੋਲੋਂ ਪੜ੍ਹੇ ਆ, ਅਸੀਂ ਗੁਰੂ ਨਾਨਕ ਸਾਹਿਬ ਦੇ ਗੁਰੂ। ਪਰ ਨਹੀਂ, ਗੁਰੂ ਨਾਨਕ ਸਾਹਿਬ ਦੇ ਗੁਰੂ ਅਕਾਲ ਪੁਰਖ ਨਿਰੰਕਾਰ ਹਨ, ਜੋ ਚਾਨਣ ਸਰੂਪ ਹਨ। ਗੁਰੂ ਨਾਨਕ ਸਰੀਰ ਦੀ ਮਰਿਆਦਾ ਨਿਭਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਿੱਚ ਜਿਹੜੀ ਜੋਤ ਟਿਕਾ ਦਿੱਤੀ। ਇਸ ਤਰ੍ਹਾਂ ਇਹਨਾਂ ਸਿੱਖਾਂ ਨੇ ਸਤਿਗੁਰਾਂ ਦੀ ਇਹ ਸਾਖੀ ਸੁਣੀ ਹੈ। ਸੁਣ ਕੇ ਤੇ ਇਹਨਾਂ ਦਾ ਮਨ ਜਿਹੜਾ ਪ੍ਰਸੰਨ ਹੋਇਆ ਤੇ ਇਹਨਾਂ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਫਿਰ ਅੱਗੇ ਸਾਧ ਸੰਗਤ ਸਿੱਖ ਹਨ ਭਾਈ ਭੱਲਾ, ਭਗੀਰਥ, ਜਾਪੂ ਤੇ ਨਿਵਲਾ। ਇਹ ਸਤਿਗੁਰਾਂ ਦੇ ਹਜ਼ੂਰ ਆਏ ਆ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ। ਇਹਨਾਂ ਨੇ ਆਣ ਕੇ ਬੇਨਤੀ ਕੀਤੀ ਆ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਨੂੰ ਇਹ ਦੱਸੋ ਕਿ ਜਿਹੜਾ ਹੈ ਨਿਰਗੁਣ ਦੀ ਉਪਾਸਨਾ ਸਭ ਤੋਂ ਵੱਡੀ ਹੈ ਜਾਂ ਸਰਗੁਣ ਦੀ ਉਪਾਸਨਾ ਸਭ ਤੋਂ ਵੱਡੀ ਹੈ। ਫਿਰ ਧਿਆਨ ਦਿਓ, ਦੋ ਸਰੂਪ ਹਨ ਪਰਮੇਸ਼ਰ ਦੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਤਿੰਨ ਦੱਸੇ ਆ। ਦੋ ਸਰੂਪ ਜਿਹੜੇ ਹਨ ਉਹ ਕਿਹੜੇ ਹਨ? ਨਿਰਗੁਣ ਤੇ ਸਰਗੁਣ। ਇਹਨਾਂ ਨੇ ਆਣ ਕੇ ਸਵਾਲ ਕੀਤਾ, ਪਾਤਸ਼ਾਹ ਸਾਨੂੰ ਇਹ ਦੱਸੋ ਨਿਰਗੁਣ ਸਰੂਪ ਦੀ ਉਪਾਸਨਾ ਵਧੀਆ ਹੈ ਤੇ ਸਰਗੁਣ ਦੀ ਉਪਾਸਨਾ ਵਧੀਆ ਹੈ। ਗੁਰੂ ਨਾਨਕ ਸਾਹਿਬ ਸਰਗੁਣ ਦੀ ਉਪਾਸਨਾ ਕਰਦੇ ਸਨ, ਨਿਰਗੁਣ ਦੀ ਉਪਾਸਨਾ ਕਰਦੇ ਸਨ। ਸਾਨੂੰ ਇਹ ਸਮਝਾਉਣਾ ਕਰੋ। ਸਤਿਗੁਰਾਂ ਨੇ ਸ਼ਲੋਕ ਸੁਖਮਨੀ ਸਾਹਿਬ ਦਾ ਇਹਨਾਂ ਸਿੱਖਾਂ ਨੂੰ ਸੁਣਾਇਆ। ਕਿਹੜਾ ਸ਼ਲੋਕ ਹੈ? ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਇਹ ਸ਼ਲੋਕ ਸੁਣਾ ਕੇ ਸਤਿਗੁਰਾਂ ਨੇ ਕਿਹਾ, ਭਾਈ ਉਹ ਪਰਮੇਸ਼ਰ ਦੋ ਰੂਪਾਂ ਦਾ ਧਾਰਨੀ ਹੈ, ਨਿਰਗੁਣ ਤੇ ਸਰਗੁਣ। ਇਹ ਦੋਵੇਂ ਰੂਪ ਉਹਦੇ ਹਨ, ਪਰ ਜਿਹੜੀ ਵਡਿਆਈ ਹੈ ਨਾ ਉਹ ਸਰਗੁਣ ਤੇ ਨਿਰਗੁਣ ਦੀ ਨਹੀਂ ਹੈ। ਨਿਰਗੁਣ ਸਰੂਪ ਨਾਲ ਜੁੜੋਗੇ ਤੇ ਫੇਰ ਵਾਰ-ਵਾਰ ਆਉਣਾ ਬਣੇਗਾ, ਤੇ ਵਾਹਿਗੁਰੂ ਸਰਗੁਣ ਨਾਲ ਜੁੜੋਗੇ ਤੇ ਫੇਰ ਵਾਰ-ਵਾਰ ਆਉਣਾ ਪਵੇਗਾ। ਤੇ ਜੇ ਨਿਰਗੁਣ ਨਾਲ ਜੁੜੋਗੇ ਤੇ ਨਿਰਗੁਣ ਨਾਲ ਜੁੜਿਆ ਨਹੀਂ ਜਾਵੇਗਾ ਸਿੱਧਾ। ਫਿਰ ਪਾਤਸ਼ਾਹ ਕਿਵੇਂ, ਕਿਰਪਾ ਕਰੋ ਫਿਰ ਜੁੜੀਏ ਕਿਹਦੇ ਨਾਲ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਜੁੜਨਾ ਹੈ ਤੇ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੁੜੋ, ਉਹਦਾ ਨਾਮ ਜਪੋ। ਨਾਮ ਦੀ ਵਡਿਆਈ ਵੱਡੀ ਹੈ। ਸਤਿਗੁਰੂ ਜੀ ਸਾਨੂੰ ਉਦਾਹਰਨ ਦੇ ਕੇ ਸਮਝਾਓ। ਇਹਨਾਂ ਨੇ ਕਿਹਾ ਕਿ ਪਾਤਸ਼ਾਹ ਸਾਨੂੰ ਇਹ ਦੱਸੋ ਕਿ ਨਿਰਗੁਣ ਤੇ ਸਰਗੁਣ ਕੀ ਹਨ ਤੇ ਨਾਮ ਕੀ ਹੈ। ਧਿਆਨ ਨਾਲ ਜੀ ਧਿਆਨ ਦੇਣਾ ਕਿ ਨਾਮ ਦੀ ਵਡਿਆਈ ਕਿਵੇਂ ਵੱਡੀ ਹੈ। ਨਿਰਗੁਣ ਤੇ ਸਰਗੁਣ ਬਾਰੇ ਵੀ ਦੱਸੋ ਤੇ ਨਾਮ ਦੀ ਵਡਿਆਈ ਵੀ ਦੱਸੋ ਕਿ ਨਾਮ ਕਿਉਂ ਜਪਣਾ ਜ਼ਰੂਰੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਪਾਤਸ਼ਾਹ ਕਹਿੰਦੇ ਜਿਵੇਂ ਇੱਕ ਰਾਜਾ ਹੋਵੇ, ਉਹ ਰਾਜਾ ਸ਼ਸਤਰ ਬਸਤਰ ਪਹਿਨ ਕੇ ਤਿਆਰ ਹੋ ਕੇ ਤੇ ਆਪਣੇ ਰਾਜਗੱਦੀ ਤੇ ਆਣ ਕੇ ਬੈਠ ਜਾਵੇ, ਤੇ ਉੱਥੇ ਬੈਠ ਕੇ ਹੁਕਮ ਚਲਾਵੇ। ਉਹ ਸਾਰਿਆਂ ਨੂੰ ਹੁਕਮ ਕਰੇ ਤੇ ਸਾਰੇ ਉਹਦਾ ਹੁਕਮ ਮੰਨਣ। ਫਿਰ ਉਹਦਾ ਮਨ ਕਰੇ ਤੇ ਉਹ ਅੰਦਰ ਜਾ ਕੇ ਆਪਣੇ ਸਾਰੇ ਵਸਤਰ ਉਤਾਰ ਕੇ, ਸਾਰਾ ਕੁਛ ਆਪਣੇ ਜਿਹੜੇ ਸ਼ਸਤਰ ਉਤਾਰ ਕੇ ਰੱਖ ਦੇਵੇ ਪਾਸੇ ਤੇ ਇੱਕ ਸਿੰਘਾਸਨ, ਵਾਹਿਗੁਰੂ, ਇੱਕ ਸੇਜ ਦੇ ਉੱਤੇ ਲੰਮਾ ਪੈ ਜਾਵੇ। ਤੇ ਕੀ ਉਹ ਰਾਜਾ ਰਵੇਗਾ? ਕਹਿੰਦੇ ਹਾਂਜੀ ਮਹਾਰਾਜ, ਉਹ ਤੇ ਰਾਜਾ ਰਵੇਗਾ ਹੀ। ਜਿਹੜਾ ਰਾਜਾ ਹੈ ਉੱਥੇ ਰਾਜਾ ਰਹੇਗਾ, ਭਾਵੇਂ ਉਹਨੇ ਸ਼ਸਤਰ ਪਹਿਨੇ ਹੋਣ, ਭਾਵੇਂ ਉਹ ਰਾਜਗੱਦੀ ਤੇ ਬੈਠਾ ਹੋਵੇ ਤੇ ਭਾਵੇਂ ਨਾ ਬੈਠਾ ਹੋਵੇ, ਪਰ ਹੈ ਤੇ ਉਹ ਰਾਜਾ ਹੀ ਨਾ। ਤੇ ਸਤਿਗੁਰਾਂ ਨੇ ਕਿਹਾ ਬਸ ਇਹੀ ਪਰਮੇਸ਼ਰ ਦਾ ਰੂਪ ਹੈ। ਜਦੋਂ ਪਰਮੇਸ਼ਰ ਸੰਸਾਰ ਨੂੰ ਚਲਾ ਰਿਹਾ ਹੈ, ਕਾਰ ਵਿਹਾਰ ਕਰ ਰਿਹਾ ਹੈ, ਇਹ ਉਹਦਾ ਸਰਗੁਣ ਸਰੂਪ ਹੈ। ਤੇ ਜਦੋਂ ਉਹ ਆਪਣੇ ਆਪ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਸਥਿਰ ਹੈ, ਇੱਕ ਜਗ੍ਹਾ ਦੇ ਉੱਤੇ ਜਿਵੇਂ ਰਾਜਾ ਆਰਾਮ ਕਰਦਾ ਹੈ ਸਿੰਘਾਸਣ ਤੇ, ਉੱਥੇ ਬੈਠਦਾ ਹੈ, ਤੇ ਉੱਥੇ ਉਹਦਾ ਸਰੂਪ ਜਿਹੜਾ ਹੈ ਨਿਰਗੁਣ ਹੈ। ਕਹਿੰਦੇ ਹਾਂਜੀ ਮਹਾਰਾਜ ਸਮਝ ਲੱਗ ਗਈ, ਹੁਣ ਨਾਮ ਦੀ ਵਡਿਆਈ ਦੱਸੋ। ਸਤਿਗੁਰਾਂ ਨੇ ਕਿਹਾ ਜਿਵੇਂ ਰਾਜਾ ਜਿਹੜਾ ਹੈ ਉਹ ਸ਼ਸਤਰ ਬਸਤਰ ਪਹਿਨ ਕੇ ਸਿੰਘਾਸਣ ਤੇ ਬੈਠਾ ਹੁਕਮ ਚਲਾਉਂਦਾ ਹੈ, ਜਿਹੜਾ ਵੀ ਹੁਕਮ ਦਿੰਦਾ ਹੈ ਉਹ ਪ੍ਰਜਾ ਮੰਨਦੀ ਹੈ, ਉਹਦੇ ਅਹਿਲਕਾਰ ਮੰਨਦੇ ਆ, ਸਾਰੇ ਮੰਨਦੇ ਆ। ਕਹਿੰਦੇ ਹਾਂਜੀ ਮੰਨਦੇ ਆ। ਸਤਿਗੁਰੂ ਕਹਿੰਦੇ ਜੇ ਉਹੀ ਰਾਜਾ ਆਪਣੀ ਸੇਜਾ ਦੇ ਉੱਤੇ ਬੈਠਾ ਹੋਵੇ, ਆਪਣੇ ਕਮਰੇ 'ਚ ਬੈਠਾ ਹੋਵੇ, ਉੱਥੇ ਬੈਠਾ ਹੀ ਉਹ ਇੱਕ ਹੁਕਮ ਕਰੇ ਤੇ ਉਹ ਸਾਰੇ ਮੰਨਣਗੇ? ਕਹਿੰਦੇ ਹਾਂਜੀ ਮਹਾਰਾਜ ਮੰਨਣਗੇ। ਪਾਤਸ਼ਾਹ ਨੇ ਕਿਹਾ ਇਹੀ ਨਾਮ ਹੈ।
ਕਿ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਸਰਗੁਣ ਹੈ, ਨਿਰਗੁਣ ਹੈ। ਉਹ ਜਿਹੜਾ ਵੀ ਹੁਕਮ ਕਰਦਾ ਹੈ ਉਹਨੂੰ ਮੰਨਣਾ ਨਾਮ ਹੈ, ਉਹਨੂੰ ਜਪ ਕੇ ਪ੍ਰਾਪਤ ਕੀਤਾ ਜਾ ਸਕਦਾ। ਉਹ ਪਰਮੇਸ਼ਰ ਜਿਹੜਾ ਹੈ, ਉਹ ਜਿਹੜਾ ਅਕਾਲ ਪੁਰਖ ਹੈ, ਉਹ ਨਾਮ ਦੇ ਨਾਲ ਪ੍ਰਾਪਤ ਹੁੰਦਾ। ਪਾਤਸ਼ਾਹ ਥੋੜਾ ਹੋਰ ਸਮਝਾਓ ਸਾਨੂੰ ਨਾਮ ਬਾਰੇ। ਇਹਨਾਂ ਨੇ ਕਿਹਾ ਹੈ ਭਾਈ ਡੱਲਾ, ਭਗੀਰਥ, ਜਾਪੂ ਤੇ ਨਿਵਲਾ। ਪਾਤਸ਼ਾਹ ਥੋੜਾ ਜਿਹਾ ਹੋਰ ਸਮਝਾਓ, ਉਦਾਹਰਨ ਦੇ ਕੇ ਸਮਝਾਓ ਕਿ ਸਰਗੁਣ ਦੀ ਉਪਾਸਨਾ ਨਾਮ ਦੇ ਨਾਲ ਕਿੰਨੀ ਵੱਡੀ ਹੈ ਤੇ ਨਿਰਗੁਣ ਦੀ ਪ੍ਰਾਪਤੀ ਨਾਮ ਦੇ ਨਾਲ ਕਿਵੇਂ ਹੁੰਦੀ ਹੈ। ਸਮਝਣ ਜੋ ਗੱਲਾਂ ਹਨ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਨੇ ਉਦਾਹਰਨ ਦਿੱਤੀ ਹੈ। ਸਤਿਗੁਰ ਕਹਿੰਦੇ ਆਪਣੇ ਤ੍ਰੇਤੇ ਯੁੱਗ ਦੇ ਵਿੱਚ ਅਵਤਾਰ ਹੋਏ ਆ ਰਾਮ ਜੀ। ਕਹਿੰਦੇ ਹਾਂਜੀ ਰਾਮ ਜੀ ਅਵਤਾਰ ਹੋਏ ਆ ਤ੍ਰੇਤੇ ਯੁੱਗ ਦੇ। ਕਹਿੰਦੇ ਜਦੋਂ ਲੰਕਾ ਦਾ ਪੁਲ ਬਣਾਉਣ ਲੱਗੇ ਉਦੋਂ ਉਹਨਾਂ ਨੇ ਰਾਮ ਨਾਮ ਲਿਖ ਕੇ ਪੱਥਰਾਂ ਤੇ ਕਿਉਂ ਪੱਥਰ ਸੁੱਟੇ? ਕਹਿੰਦੇ ਮਹਾਰਾਜ ਸਾਨੂੰ ਨਹੀਂ ਪਤਾ। ਸਤਿਗੁਰੂ ਕਹਿੰਦੇ ਦੇਖੋ ਤ੍ਰੇਤੇ ਦਾ ਅਵਤਾਰ ਰਾਮ ਹੈ, ਉਹ ਚਾਹੁੰਦਾ ਤੇ ਸਾਰਾ ਸਮੁੰਦਰ ਸੁਕਾ ਸਕਦਾ ਸੀ, ਇੰਨੀ ਕੁ ਸਮਰੱਥਾ ਉਹ ਰੱਖਦਾ ਸੀ। ਕਹਿੰਦੇ ਹਾਂਜੀ ਰੱਖਦਾ ਸੀ ਇੰਨੀ ਸਮਰੱਥਾ ਤੇ। ਪਾਤਸ਼ਾਹ ਕਹਿੰਦੇ ਪਰ ਉਹਨੇ ਵੀ ਪੱਥਰ ਦੇ ਉੱਤੇ ਰਾਮ ਨਾਮ ਲਿਖਿਆ, ਉਹਨੂੰ ਵੀ ਨਾਮ ਦੀ ਵਡਿਆਈ ਕਰਨੀ ਪਈ। ਕਹਿੰਦੇ ਹਾਂਜੀ ਮਹਾਰਾਜ ਨਾਮ ਦੀ ਵਡਿਆਈ ਤੇ ਉਹਨੂੰ ਵੀ ਕਰਨੀ ਪਈ। ਭਾਵੇਂ ਕਿ ਉਹ ਉਸ ਸਮੇਂ ਦਾ ਅਵਤਾਰ ਸੀ, ਪਰ ਉਹਨੂੰ ਵੀ ਪਰਮੇਸ਼ਰ ਦਾ ਨਾਮ ਜਿਹੜਾ ਸੀ ਨਾ ਰਾਮ, ਉਹਦੀ ਵਡਿਆਈ ਕਰਨੀ ਪਈ। ਉਹਨੂੰ ਵੀ ਰਾਮ ਜਿਹੜਾ ਉਹ ਲਿਖਣਾ ਪਿਆ। ਕਹਿੰਦੇ ਜੀ ਬਿਲਕੁਲ। ਇਸ ਕਰਕੇ ਸਤਿਗੁਰ ਕਹਿੰਦੇ ਸਰਗੁਣ ਸਰੂਪ ਜਿਹੜਾ ਹੈ ਨਾ ਪਰਮੇਸ਼ਰ ਦਾ, ਜੇ ਪਰਮੇਸ਼ਰ ਨੂੰ ਲਖਿਅਤਾ ਪਾਉਣੇ ਚਾਹੁੰਦੇ ਹੋ, ਪਰਮੇਸ਼ਰ 'ਚ ਭੇਦ ਹੋਣਾ ਚਾਹੁੰਦੇ ਹੋ, ਤਾਂ ਵੀ ਨਾਮ ਹੀ ਜਪਣਾ ਪਵੇਗਾ। ਜੇ ਸਰਗੁਣ ਸਰੂਪ ਨੂੰ ਵੀ ਜਾਣਨਾ ਚਾਹੁੰਦੇ ਹੋ। ਪਾਤਸ਼ਾਹ ਫਿਰ ਸਾਨੂੰ ਇਹ ਦੱਸੋ ਕਿ ਨਿਰਗੁਣ ਰੂਪ ਜਿਹੜਾ ਪਰਮੇਸ਼ਰ ਦਾ, ਉਹਨੂੰ ਨਾਮ ਦੇ ਨਾਲ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ? ਹੁਣ ਸਤਿਗੁਰਾਂ ਨੇ ਦੱਸਿਆ ਹੈ ਕਿ ਸਰਗੁਣ ਦੀ ਪ੍ਰਾਪਤੀ ਵੀ ਨਾਮ ਦੇ ਨਾਲ ਹੈ, ਕਿਉਂਕਿ ਜੇ ਤ੍ਰੇਤੇ ਦਾ ਰਾਮ ਅਵਤਾਰ ਹੋ ਕੇ ਵੀ ਰਾਮ ਦੇ ਨਾਮ ਦੀ, ਇਹ ਗੱਲਾਂ ਦੋ ਹਨ। ਇੱਕ ਉਹਦਾ ਨਾਮ ਰਾਮ ਸੀ, ਇੱਕ ਅਵਤਾਰ ਜਿਹਦਾ ਨਾਮ ਰਾਮ ਹੈ। ਇੱਕ ਰਾਮ ਜਿਹੜਾ ਪੱਥਰ ਤੇ ਨਿਕਲਿਆ, ਇਹਨਾਂ ਦੋਵਾਂ ਨੂੰ ਇੱਕ ਨਹੀਂ ਸਮਝਣਾ। ਉਹ ਰਾਮ ਨਾਮ ਹੈ ਜਿਹੜਾ ਰਮਿਆ ਹੋਇਆ ਪਰਮੇਸ਼ਰ, ਉਹਦਾ ਨਾਮ ਪੱਥਰ ਤੇ ਲਿਖ ਕੇ ਸਮੁੰਦਰ 'ਚ ਸੁੱਟ ਰਿਹਾ। ਇਹ ਦੋ ਗੱਲਾਂ ਹਨ ਵੱਖ-ਵੱਖ, ਇਹ ਧਿਆਨ 'ਚ ਰੱਖਣਾ। ਕਹਿੰਦੇ ਵੀ ਦੇਖੋ ਜੇ ਉਹ ਤ੍ਰੇਤੇ ਦਾ ਅਵਤਾਰ ਹੋ ਕੇ ਸਰਗੁਣ ਰੂਪ ਹੋ ਕੇ ਵੀ ਉਸ ਪਰਮੇਸ਼ਰ ਨੂੰ ਯਾਦ ਕਰ ਰਿਹਾ, ਤੇ ਇਹਦਾ ਮਤਲਬ ਨਾਮ ਦੀ ਵਡਿਆਈ ਵੱਡੀ ਹੋਈ ਨਾ ਸਿੱਖੋ। ਕਹਿੰਦੇ ਹਾਂਜੀ ਮਹਾਰਾਜ ਵੱਡੀ ਹੋਈ। ਫਿਰ ਪਾਤਸ਼ਾਹ ਨਿਰਗੁਣ ਦੀ ਉਪਾਸਨਾ ਕਿਵੇਂ ਹੈ ਨਾਮ ਜਪਣ ਨਾਲ? ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਨਿਰੰਕਾਰ ਰੂਪ ਜਿਹੜਾ ਹੈ ਨਾ ਪਰਮੇਸ਼ਵਰ ਦਾ, ਉਹ ਸਤ ਚਿੱਤ ਤੇ ਆਨੰਦ ਹੈ। ਨਿਰਗੁਣ ਰੂਪ ਕਹਿੰਦੇ ਹਾਂਜੀ ਮਹਾਰਾਜ ਸਤ ਚਿੱਤ ਆਨੰਦ ਹੈ ਪਰਮੇਸ਼ਰ ਦਾ ਨਿਰਗੁਣ ਰੂਪ। ਤੇ ਪਾਤਸ਼ਾਹ ਨੇ ਕਿਹਾ ਉਸ ਨਿਰਗੁਣ ਰੂਪ ਦੀ ਲਖਿਅਤਾ ਜਿਹੜੀ ਹੈ ਨਾ, ਇਹਨਾਂ ਗਿਆਨ ਇੰਦਰੀਆਂ ਦੇ ਨਾਲ, ਇਹਨਾਂ ਪੰਜ ਗਿਆਨ ਇੰਦਰੀਆਂ ਦੇ ਨਾਲ ਕਦੀ ਨਹੀਂ ਹੋ ਸਕਦੀ। ਕਹਿੰਦੇ ਪਾਤਸ਼ਾਹ ਜੀ ਗੱਲ ਤੇ ਤੁਹਾਡੀ ਸਹੀ ਹੈ, ਨਹੀਂ ਹੋ ਸਕਦੀ। ਅਸੀਂ ਬੜਾ ਯਤਨ ਕਰਦੇ ਹਾਂ ਪਰ ਉਹ ਇਹਨਾਂ ਇੰਦਰੀਆਂ ਦੁਆਰਾ ਸਮਝ ਦੇ ਵਿੱਚ ਨਹੀਂ ਆਉਂਦਾ ਨਿਰਗੁਣ। ਤੇ ਪਾਤਸ਼ਾਹ ਕਹਿੰਦੇ ਜਦੋਂ ਨਾਮ ਜਪਾਂਗੇ ਫਿਰ ਉਹ ਸਤ ਚਿੱਤ ਆਨੰਦ ਦਾ ਜਿਹੜਾ ਹੈ ਨਾ, ਉਹ ਸਰੂਪ ਪ੍ਰਗਟ ਹੁੰਦਾ ਹੈ ਹਿਰਦੇ ਦੇ ਵਿੱਚ, ਮਨ ਦੇ ਵਿੱਚ। ਮਨ ਪਵਿੱਤਰ ਹੋ ਜਾਂਦਾ ਨਾਮ ਜਪਣ ਦੇ ਨਾਲ। ਤੇ ਜਦੋਂ ਮਨ ਪਵਿੱਤਰ ਹੋ ਗਿਆ, ਜਦੋਂ ਅੰਤਸ਼ਕਰਨ ਪਵਿੱਤਰ ਹੋ ਗਿਆ, ਫਿਰ ਉਹ ਪਰਮੇਸ਼ਰ ਜਿਹੜਾ ਨਿਰਗੁਣ ਹੈ ਉਹ ਆਣ ਕੇ ਹਿਰਦੇ 'ਚ ਵਸ ਜਾਂਦਾ ਹੈ। ਫਿਰ ਉਹਦਾ ਸਰੂਪ ਪਤਾ ਲੱਗ ਜਾਂਦਾ, ਸਤ ਚਿੱਤ ਆਨੰਦ ਦਾ ਪਤਾ ਲੱਗ ਜਾਂਦਾ। ਲੱਗਦਾ ਕਿਹਦੇ ਨਾਲ ਹੈ? ਨਾਮ ਜਪਣ ਨਾਲ। ਫਿਰ ਇਹਨਾਂ ਇੱਕ ਹੋਰ ਸਵਾਲ ਕੀਤਾ ਹੈ, ਮੇਰੇ ਖਿਆਲ ਆਪ ਜੀ ਨੂੰ ਸਮਝ ਪੈ ਗਈ ਹੋਏਗੀ ਕਿ ਸਰਗੁਣ ਭਗਤੀ ਵੀ ਨਾਮ ਜਪਣ ਦੇ ਨਾਲ ਸਫਲ ਹੈ, ਨਿਰਗੁਣ ਭਗਤੀ ਵੀ ਨਾਮ ਜਪਣ ਦੇ ਨਾਲ ਸਫਲ ਹੈ। ਤੇ ਹੁਣ ਇਹਨਾਂ ਨੇ ਇੱਕ ਸਵਾਲ ਹੋਰ ਕੀਤਾ ਹੈ ਕਿ ਪਾਤਸ਼ਾਹ ਹਨੂਮਾਨ ਜਿਹੜਾ ਸੀ, ਉਹ ਸਮੁੰਦਰ ਨੂੰ ਪਾਰ ਕਰ ਗਿਆ ਟੱਪ ਕੇ, ਉਹਦੇ ਵਿੱਚ ਕਿਹੜੀ ਸ਼ਕਤੀ ਸੀ? ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਹਨੂਮਾਨ ਜਿਹੜਾ ਸੀ, ਤੁਹਾਨੂੰ ਪਤਾ ਉਹ ਰਾਮ ਦਾ ਨਾਮ ਜਪਦਾ ਸੀ। ਕਹਿੰਦੇ ਹਾਂਜੀ ਮਹਾਰਾਜ ਨਾਮ ਤੇ ਜਪਦਾ ਸੀ। ਕਹਿੰਦੇ ਬਸ ਉਹਦੇ ਕੋਲ ਇੰਨਾ ਬਲ ਸੀ, ਇੰਨਾ ਪ੍ਰਤਾਪ ਸੀ ਨਾਮ ਦਾ, ਕਿ ਉਹ ਸਮੁੰਦਰ ਨੂੰ ਵੀ ਨਾਮ ਜਪਣ ਦੇ ਬਲ ਦਾ ਕਰਕੇ ਟੱਪ ਗਿਆ। ਕਹਿੰਦੇ ਹਾਂਜੀ ਮਹਾਰਾਜ ਤੇ ਗੱਲ ਤੁਹਾਡੀ ਠੀਕ ਹੈ। ਫਿਰ ਸਵਾਲ ਕੀਤਾ ਇੱਕ, ਦੇਖੋ ਕਿੰਨੇ ਸੁੰਦਰ ਸਵਾਲ ਸਿੱਖਾਂ ਦੇ ਹੋ ਰਹੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਿੰਨੇ ਸੁੰਦਰ ਤਰੀਕੇ ਦੇ ਨਾਲ ਦੱਸ ਰਹੇ। ਫਿਰ ਸਵਾਲ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਕੋਲ ਇੰਨਾ ਪ੍ਰਤਾਪ ਹੀ ਨਾ ਹੋਊਗਾ ਉਹ ਕੀ ਕਰੇਗਾ? ਅਸੀਂ ਤੇ ਸੁਣਿਆ ਕਿ ਹਨੂਮਾਨ ਤੇ ਦਿਨ ਰਾਤ ਜਪਦਾ ਰਹਿੰਦਾ ਸੀ ਰਾਮ ਦਾ ਨਾਮ, ਉਹਦੇ ਵਿੱਚ ਇੰਨਾ ਬਲ ਇੰਨਾ ਤਾਕਤ ਆਈ ਤੇ ਉਹ ਤੇ ਸਮੁੰਦਰ ਟੱਪ ਗਿਆ। ਪਰ ਇਹ ਸੰਸਾਰ ਰੂਪੀ ਸਮੁੰਦਰ ਤੇ ਬੜਾ ਪਾਤਸ਼ਾਹ ਔਖਾ ਹੈ ਲੰਘਣਾ। ਤੇ ਸਾਡੇ ਜੀਵਾਂ ਦੀ ਤੇ ਕਮਾਈ ਇੰਨੀ ਨਹੀਂ ਹੈਗੀ ਕਿ ਅਸੀਂ ਹਨੂਮਾਨ ਵਾਂਗੂ ਦਿਨ ਰਾਤ ਜਪਦੇ ਰਹੀਏ, ਸਾਡੇ ਕੋਲ ਤੇ ਜਪਿਆ ਵੀ ਨਹੀਂ ਜਾਣਾ।
ਕਿਰਪਾ ਕਰੋ ਸਾਨੂੰ ਸਮਝਾਓ ਪਾਤਸ਼ਾਹ ਆਈ ਹੋਰ ਕਿੰਨੀ। ਸਤਿਗੁਰਾਂ ਨੇ ਕਿਹਾ ਕਿ ਭਾਈ ਇਸ ਕਲਯੁਗ ਦੇ ਵਿੱਚ ਨਾ ਇੱਕ ਛਿਣ ਮਾਤਰ ਨਾਮ ਜਪਿਆ ਜਿਹੜਾ ਹੈ ਨਾ ਉਹ ਵੀ ਸਫਲ ਹੈ। ਪਾਤਸ਼ਾਹ ਉਹ ਕਿਵੇਂ? ਸਤਿਗੁਰਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਨਾ ਨਾਮ ਦਾ ਪੁਲ ਬਣਾ ਦਿੱਤਾ ਹੈ। ਸਮੁੰਦਰ ਦੇ ਉੱਤੇ ਨਾਮ ਦਾ ਪੁਲ ਬਣਾ ਦਿੱਤਾ ਹੈ। ਪਾਤਸ਼ਾਹ ਜੀ ਉਹ ਕਿਵੇਂ? ਕਹਿੰਦੇ ਸਤਿਗੁਰ ਕਹਿੰਦੇ ਜਿਵੇਂ ਕੋਈ ਕਿਸ਼ਤੀ ਰਾਹੀਂ ਜਾਂ ਸਮੁੰਦਰੀ ਜਹਾਜ਼ ਰਾਹੀਂ ਪਾਰ ਕਰਨਾ ਚਾਹਵੇ ਸਮੁੰਦਰ ਨੂੰ, ਉਹਨੂੰ ਵੀ ਖਤਰਾ ਹੁੰਦਾ ਹੈ ਕਿਤੇ ਡੁੱਬ ਨਾ ਜਾਵਾਂ। ਤੇ ਮਨੁੱਖਾਂ ਕੋਲ ਇੰਨੀ ਤਾਕਤ ਤੇ ਹੈ ਹੀ ਨਹੀਂ ਇਸ ਕਲਯੁਗ ਦੇ ਵਿੱਚ ਕਿ ਉਹ ਉੱਡ ਕੇ ਸਮੁੰਦਰ ਪਾਰ ਕਰ ਲੈਣ। ਕਹਿੰਦੇ ਪਾਤਸ਼ਾਹ ਇੰਨੀ ਤਾਕਤ ਤੇ ਕਿਸੇ ਕੋਲ ਨਹੀਂ ਹੈਗੀ। ਤੇ ਸਤਿਗੁਰੂ ਕਹਿੰਦੇ ਗੁਰੂ ਨਾਨਕ ਸਾਹਿਬ ਐਸੇ ਗੁਰੂ ਹੋਏ ਹਨ ਜਿਨ੍ਹਾਂ ਨੇ ਇੱਕ ਪੁਲ ਬਣਾ ਦਿੱਤਾ ਹੈ, ਨਾਮ ਰੂਪ ਦਾ ਪੁਲ, ਜਿਹਦੇ ਉੱਤੋਂ ਕੋਈ ਭਾਵੇਂ ਮਨ ਦੇ ਨਾਲ ਜਿਹਨੇ ਇੱਕ ਛਿਣ ਵੀ ਧਿਆ ਲਿਆ ਨਾ, ਜਿਹਨੇ ਇਹ ਚਿੱਤ ਤੋਂ ਇੱਕ ਪਰਮੇਸ਼ਰ ਨੂੰ ਇੱਕ ਛਿਣ ਇੱਕ ਸਕਿੰਟ ਵੀ ਉਹਨੂੰ ਯਾਦ ਕਰ ਲਿਆ ਤੇ ਉਹਦੇ ਸਾਰੇ ਪਾਪ ਖਤਮ ਹੋ ਜਾਣਗੇ ਤੇ ਉਹ ਇਸ ਨਾਮ ਰੂਪੀ ਪੁਲ ਥਾਣੀ ਪਰਮੇਸ਼ਰ ਦੇ ਦਰਗਾਹ 'ਚ ਪ੍ਰਵਾਨ ਹੋ ਜਾਏਗਾ। ਇੰਨਾ ਪ੍ਰਤਾਪ ਹੈ ਨਾਮ ਦਾ। ਸੋ ਸਿੱਖੋ ਨਾਮ ਜਪੋ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪੁਲ ਬਣਾਇਆ ਹੈ। ਇਹਦੇ ਉੱਤਰ ਨਾਮ ਦੇ ਪੁਲ ਥਾਣੀ ਤੁਸੀਂ ਜਿਹੜਾ ਭਵ ਸਾਗਰ ਪਾਰ ਕਰ ਸਕਦੇ ਹੋ। ਨਾਮ ਜਪਿਆ ਕਰੋ। ਨਾਮ ਜਪਣ ਦੇ ਨਾਲ ਕਲਿਆਣ ਹੈ। ਸੋ ਆਪ ਜੀ ਨੂੰ ਸਮਝ ਆ ਗਈ ਹੋਏਗੀ ਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਨਿਰਗੁਣ ਦੀ ਉਪਾਸਨਾ ਵੀ ਨਾਮ ਤੋਂ ਬਿਨਾਂ ਨਹੀਂ ਹੋ ਸਕਦੀ, ਸਰਗੁਣ ਦੀ ਉਪਾਸਨਾ ਵੀ ਨਾਮ ਤੋਂ ਬਿਨਾਂ ਨਹੀਂ ਹੋ ਸਕਦੀ। ਫਿਰ ਨਾਮ ਕੀ ਹੈ? ਕਿ ਜੇ ਆਪਾਂ ਕਹਿੰਦੇ ਆ ਨਾ ਕਿ ਸਾਡੇ ਕੋਲ ਜਪਿਆ ਨਹੀਂ ਜਾਂਦਾ, ਸਾਡੇ ਕੋਲ ਬਾਣੀ ਪੜ੍ਹੀ ਨਹੀਂ ਜਾਂਦੀ, ਪਰ ਸਤਿਗੁਰੂ ਕਹਿੰਦੇ ਕਿ ਐਸਾ ਜਹਾਜ਼ ਬਣਾ ਦਿੱਤਾ ਜਿਸ ਮਨੁੱਖ ਨੇ ਕੁਝ ਸਮਾਂ ਵੀ ਸੰਗਤ ਕਰ ਲਈ, ਕੁਝ ਸਮਾਂ ਵੀ ਨਾਮ ਜਪ ਲਿਆ, ਉਹਦਾ ਵੀ ਕਲਿਆਣ ਹੋ ਜਾਵੇਗਾ। ਐਸਾ ਨਾਮ ਹੈ। ਸੋ ਇਸ ਤਰ੍ਹਾਂ ਇਹਨਾਂ ਦਾ ਕਲਿਆਣ ਹੋਇਆ। ਸੋ ਉਸ ਤੋਂ ਬਾਅਦ ਅਗਲੀ ਸਾਖੀ ਹੈ ਭਾਈ ਮੂਲਾ, ਸੂਜਾ, ਚੰਦੂ ਚੌੜ ਤੇ ਰਾਮਦਾਸ ਭੰਡਾਰੀ, ਬਾਲਾ ਤੇ ਸਾਈਂ ਦਾਸ। ਇਹ ਸਤਿਗੁਰਾਂ ਦੇ ਹਜ਼ੂਰ ਆਏ ਆ। ਇਹਨਾਂ ਨੇ ਆਣ ਕੇ ਅਰਦਾਸ ਕੀਤੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ, ਮਨ 'ਚ ਸਵਾਲ ਹੈ ਇੱਕ। ਸਤਿਗੁਰੂ ਕਹਿੰਦੇ ਦੱਸੋ ਭਾਈ ਕੀ ਸਵਾਲ ਹੈ ਤੁਹਾਡੇ ਮਨ ਦੇ ਵਿੱਚ? ਪਾਤਸ਼ਾਹ ਜਿਹੜੇ ਕਰਮ ਹਨ ਨਾ, ਕਰਮਾਂ ਦੀ ਵਿਚਾਰ ਹੈ ਸਾਰੀ, ਆਪ ਜੀ ਨੇ ਧਿਆਨ ਦੇਣਾ ਕਿ ਪਾਤਸ਼ਾਹ ਜਿਹੜੇ ਕਰਮ ਹਨ ਉਹਨਾਂ ਦੀ ਵਿਚਾਰ ਸਾਨੂੰ ਦੱਸੋ ਕਿ ਧਰਮ ਰਾਜਾ ਜਿਹੜਾ ਹੈ ਉਹ ਪੁੰਨ ਕਰਮ ਕੀਤਿਆਂ ਦਾ ਕਿੰਨਾ ਫਲ ਦਿੰਦਾ ਹੈ ਤੇ ਪਾਪ ਕਰਮ ਕੀਤਿਆਂ ਦਾ ਕਿੰਨਾ ਫਲ ਦਿੰਦਾ ਹੈ। ਜਿਸ ਮਨੁੱਖ ਨੇ ਪਾਪ ਜ਼ਿਆਦੇ ਕੀਤੇ ਹੋਣ, ਪੁੰਨ ਥੋੜੇ ਕਮਾਏ ਹੋਣ, ਕੀ ਉਹਨੂੰ ਪਹਿਲੋਂ ਪਾਪ ਕਰਮਾਂ ਦੀ ਸਜ਼ਾ ਮਿਲਦੀ ਹੈ ਜਾਂ ਪੁੰਨ ਕਰਮਾਂ ਦੀ ਸਜ਼ਾ ਮਿਲਦੀ ਹੈ? ਜਾਂ ਉਹਦੇ ਪਾਪ ਕਰਮ ਜਿਹੜੇ ਉਹ ਪੁੰਨ ਕਰਮ ਕਰਨ ਦੇ ਨਾਲ ਕੱਟੇ ਜਾਂਦੇ ਆ? ਇਹ ਕਰਮਾਂ ਦੀ ਵਿਚਾਰ ਸਾਨੂੰ ਸਮਝਾਓ ਚੰਗੀ ਤਰ੍ਹਾਂ ਕਿ ਕਿਵੇਂ ਲੇਖਾ ਹੁੰਦਾ ਹੈ, ਕੀ ਗੱਲਬਾਤ ਹੈ, ਕਿਵੇਂ ਸਾਨੂੰ ਸੁੱਖ ਮਿਲੇ ਕਿ ਅਸੀਂ ਆਪਣੇ ਜਿਹੜੇ ਕਰਮ ਉਹ ਕੱਟ ਲਈਏ। ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ, ਦੱਸਿਆ ਹੈ ਕਿ ਭਾਈ ਸਿੱਖੋ 4 ਤਰ੍ਹਾਂ ਦੇ ਕਰਮ ਹੁੰਦੇ ਆ। ਧਿਆਨ ਦੇਣਾ ਆਪ ਜੀ ਨੇ। ਸਤਿਗੁਰਾਂ ਨੇ ਕਿਹਾ ਭਾਈ 4 ਤਰ੍ਹਾਂ ਦੇ ਕਰਮ ਹੁੰਦੇ ਆ। ਪਾਤਸ਼ਾਹ ਕਿਹੜੇ ਕਿਹੜੇ? ਸਤਿਗੁਰੂ ਕਹਿੰਦੇ ਪਹਿਲੇ ਕਰਮ ਸਹਿ ਕਰਮ ਹੁੰਦੇ, ਸਹਿ ਕਰਮ। ਦੂਸਰਾ ਹੁੰਦਾ ਨੇਹ ਕਰਮ, ਤੀਸਰੀ ਹੁੰਦੀ ਉਪਾਸਨਾ ਤੇ ਚੌਥਾ ਹੁੰਦਾ ਗਿਆਨ। ਮੈਂ ਫਿਰ ਦੁਹਰਾ ਦੇਵਾਂ, ਸਤਿਗੁਰਾਂ ਨੇ ਕਿਹਾ ਹੈ ਕਿ ਭਾਈ ਪਹਿਲੇ ਸਹਿ ਕਰਮੀ ਹੁੰਦੇ ਆ, ਦੂਸਰੇ ਨੇਹ ਕਰਮੀ ਹੁੰਦੇ ਆ, ਤੀਸਰੇ ਉਪਾਸਨਾ ਹੁੰਦੀ ਆ ਤੇ ਚੌਥੇ ਗਿਆਨੀ ਹੁੰਦੇ ਆ। ਮਹਾਰਾਜ ਉਦਾਹਰਨ ਵੀ ਦਿਓ ਫਿਰ ਸਾਨੂੰ। ਬੜੀ ਸੁੰਦਰ ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਸਤਿਗੁਰਾਂ ਨੇ ਉਦਾਹਰਨ ਦਿੱਤੀ ਹੈ ਬੜੀ ਸੁੰਦਰ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਸਤਿਗੁਰਾਂ ਨੇ ਕਿਹਾ ਜਿਵੇਂ ਇੱਕ ਰਾਜ ਦੇ ਵਿੱਚ 4 ਤਰ੍ਹਾਂ ਦੀ ਪ੍ਰਜਾ ਹੁੰਦੀ ਆ। ਰਾਜ ਦੇ ਵਿੱਚ 4 ਤਰ੍ਹਾਂ ਦੀ ਪ੍ਰਜਾ, ਜਿਸ ਜਗ੍ਹਾ ਦੇ ਉੱਤੇ ਰਾਜ ਹੋਵੇ ਨਾ ਕਿਸੇ ਰਾਜੇ ਦਾ, ਤੇ ਉਸ ਰਾਜੇ ਦੀ 4 ਤਰ੍ਹਾਂ ਦੀ ਪ੍ਰਜਾ ਹੁੰਦੀ ਹੈ। ਪਾਤਸ਼ਾਹ ਕਿਹੜੀ ਕਿਹੜੀ? ਸਤਿਗੁਰੂ ਕਹਿੰਦੇ ਪਹਿਲੀ ਪ੍ਰਜਾ ਹੁੰਦੀ ਆ ਜਿਹੜੀ ਆਪਣਾ ਕਾਰ ਵਿਹਾਰ ਕਰਦੀ ਹੈ ਤੇ ਦਾਣੇ ਇਕੱਠੇ ਕਰਦੀ ਹੈ। ਜੋ ਵੀ ਖੇਤੀਬਾੜੀ ਕਰਕੇ, ਕਾਰ ਵਿਹਾਰ ਕਰਕੇ ਜੋ ਵੀ ਦਾਣਾ ਪੱਲਾ ਇਕੱਠਾ ਹੁੰਦਾ ਹੈ ਉਹਨੂੰ ਆਪਸ 'ਚ ਵੰਡ ਲੈਂਦੇ ਆ। ਜਿਹਨੂੰ ਆਉਂਦਾ ਉਹਨਾਂ ਵੰਡਿਆ ਜਾਂਦਾ ਹੈ, ਵੰਡ ਕੇ ਖਾ ਪੀ ਲੈਂਦੇ ਆ। ਦੂਸਰੇ ਉਹ ਹੁੰਦੇ ਆ ਜਿਹੜੇ ਰਾਜੇ ਨੂੰ ਟੈਕਸ ਦਿੰਦੇ ਆ, ਉਹਨਾਂ ਨੂੰ ਟੈਕਸ ਦੇਣਾ ਪੈਂਦਾ ਰਾਜੇ ਨੂੰ। ਥੋੜੇ ਇਹਨਾਂ ਤੋਂ ਉੱਚੇ ਹੁੰਦੇ ਆ, ਉਹ ਟੈਕਸ ਦਿੰਦੇ ਰਾਜੇ ਨੂੰ। ਤੇ ਤੀਸਰੇ ਜਿਹੜੇ ਹੁੰਦੇ ਆ ਉਹ
ਬਾਜ, ਘੋੜੇ ਤੇ ਇਹਨਾਂ ਦਾ ਵਪਾਰ ਕਰਨ ਵਾਲੇ ਹੁੰਦੇ ਆ। ਸੌਗਾਤਾਂ ਚੰਗੀਆਂ ਚੰਗੀਆਂ, ਹੀਰਿਆਂ ਦੇ ਵਪਾਰੀ ਹੋ ਗਏ, ਘੋੜਿਆਂ ਦੇ ਵਪਾਰੀ ਹੋ ਗਏ ਤੇ ਬਾਜਾਂ ਦੇ ਵਪਾਰੀ ਹੋ ਗਏ। ਇਹ ਆਣ ਕੇ ਆਪਣੇ ਘੋੜੇ, ਬਾਜ ਸਾਰਾ ਕੁਝ ਵੇਚ ਕੇ ਤੇ ਉਹਦਾ ਆਪਣਾ ਜਿਹੜਾ ਕਾਰ ਵਿਹਾਰ ਕਰਦੇ ਆ। ਇਹ ਤੀਸਰੇ ਤਰ੍ਹਾਂ ਦੀ ਪ੍ਰਜਾ ਹੁੰਦੀ ਆ। ਚੌਥੀ ਪ੍ਰਜਾ ਹੁੰਦੀ ਆ ਰਾਜੇ ਦੇ ਦਰਬਾਰ ਦੇ ਵਿੱਚ, ਉਹ ਰਾਜੇ ਦੇ ਸਹਿਕਰਮੀ ਹੁੰਦੇ ਆ, ਜਿਹੜੇ ਰਾਜੇ ਦੇ ਨਾਲ ਰਹਿੰਦੇ ਆ ਤੇ ਉਹ ਰਾਜੇ ਦੇ ਨਾਲ ਰਹਿ ਕੇ ਨਾਲ ਹੀ ਸਾਰਾ ਰਾਜ ਭਾਗ ਕੰਮ ਸੰਭਾਲਦੇ ਆ। ਵਜ਼ੀਰ ਵਜੂਰ ਜਿਹੜੇ ਹੁੰਦੇ ਆ ਤੇ ਨਾਲ ਸਾਰਾ ਕੁਝ ਉਹਦਾ ਕਰਦੇ ਆ। ਇਸ ਤਰ੍ਹਾਂ ਜਿਹੜਾ ਹੈ ਨਾ, ਇਹ ਚਾਰ ਤਰ੍ਹਾਂ ਦੇ ਹੁੰਦੇ ਆ। ਤੇ ਪਾਤਸ਼ਾਹ ਇਹਨਾਂ ਦਾ ਸੰਬੰਧ ਕੀ ਹੈ? ਸਹਿਕਰਮੀ, ਨਿਹਕਰਮੀ, ਉਪਾਸ਼ਨਾ ਤੇ ਗਿਆਨ ਦੇ ਨਾਲ। ਸਤਿਗੁਰਾਂ ਨੇ ਕਿਹਾ ਜਿਹੜੇ ਸਹਿਕਰਮੀ ਹੁੰਦੇ ਆ ਨਾ, ਉਹ ਪਹਿਲੇ ਤਰ੍ਹਾਂ ਦੀ ਪ੍ਰਜਾ ਹੁੰਦੀ ਆ, ਰਾਜੇ ਦੀ ਜਿਵੇਂ ਪਹਿਲੀ ਪ੍ਰਜਾ ਹੁੰਦੀ ਆ। ਜਿਹੜੇ ਜੋ ਵੀ ਦਾਣੇ ਵਗੈਰਾ ਹੁੰਦੇ ਆ, ਜੋ ਵੀ ਇਹਨਾਂ ਨੇ ਖੱਟਿਆ ਕਮਾਇਆ ਹੁੰਦਾ, ਉਹ ਆਪਸ ਚ ਵੰਡ ਕੇ ਵਰਤ ਕੇ ਖਾ ਲੈਂਦੇ ਆ। ਸਤਿਗੁਰੂ ਕਹਿੰਦੇ ਪਹਿਲੇ ਜਿਹੜੇ ਸਹਿਕਰਮੀ ਹੁੰਦੇ, ਇਹਨਾਂ ਦੀ ਕਾਮਨਾ ਹੁੰਦੀ ਆ। ਇਹ ਕਾਮਨਾ ਦੇ ਅਧੀਨ ਰਹਿ ਕੇ ਕੰਮ ਕਰਦੇ ਆ। ਇਹਨਾਂ ਦੀਆਂ ਕਾਮਨਾਵਾਂ ਹੁੰਦੀਆਂ, ਕਿਤੇ ਕੋਈ ਵਿਕਾਰ ਕਮਾ ਲਿਆ, ਕਿਤੇ ਕੋਈ ਵਿਕਾਰ ਕਾਮੀ ਹੋ ਕੇ ਕਮਾ ਲਿਆ। ਕਾਮਨਾ ਦੇ ਵਿੱਚ ਅਧੀਨ ਰਹਿ ਕੇ ਜਿੰਨੇ ਵੀ ਕਾਰਜ ਕਰਦੇ ਆ ਤੇ ਉਹ ਕਰਕੇ ਕਾਰ ਵਿਹਾਰ ਜੋ ਵੀ ਖੱਟਦੇ ਆ, ਜੋ ਵੀ ਕਮਾਉਂਦੇ ਆ, ਤੇ ਅੰਤਲੇ ਸਮੇਂ ਫਿਰ ਉਹਨਾਂ ਦਾ ਲੇਖਾ ਹੁੰਦਾ ਹੈ। ਤੇ ਫਿਰ ਜਿਹੜਾ ਪਰਮੇਸ਼ਰ ਹੁੰਦਾ, ਜਿਹੜਾ ਧਰਮ ਰਾਜਾ ਹੁੰਦਾ, ਉਹਨੇ ਉਹਨਾਂ ਦੇ ਕਰਮਾਂ ਦਾ ਲੇਖਾ ਕਰਕੇ ਜਿੰਨਾ ਜਿੰਨਾ ਉਹਨਾਂ ਨੂੰ ਫਲ ਹੁੰਦਾ ਹੈ, ਉਹਨਾਂ ਨੂੰ ਦੇ ਕੇ ਤੇ ਆਪਣਾ ਨਿਬੇੜ ਲੈਂਦਾ। ਜਿੰਨੇ ਜਿੰਨੇ ਅਗਲੇ ਨੇ ਪੁੰਨ ਕਰਮ ਕੀਤੇ ਹੁੰਦੇ ਆ, ਉਹਨੂੰ ਪੁੰਨ ਕਰਮਾਂ ਦਾ ਫਲ ਦੇ ਦਿੰਦਾ ਹੈ, ਤੇ ਜਿੰਨੇ ਜਿਹੜੇ ਵਿਕਾਰ ਕਮਾਏ ਹੁੰਦੇ ਆ, ਉਹਨੂੰ ਵਿਕਾਰਾਂ ਦਾ ਫਲ ਦੇ ਕੇ ਤੇ ਕੰਮ ਨਿਬੇੜ ਦਿੰਦਾ ਹੈ। ਕਹਿੰਦੇ ਜੀ ਠੀਕ ਹੈ ਮਹਾਰਾਜ। ਅਗਲੇ ਸਤਿਗੁਰੂ ਕਹਿੰਦੇ ਜਿਹੜੇ ਹੁੰਦੇ ਆ, ਜਿਹੜੇ ਟੈਕਸ ਦੇਣ ਵਾਲੇ, ਜਿਵੇਂ ਰਾਜੇ ਦੇ ਦਰਬਾਰ ਤੇ ਦਰਬਾਰੀ ਹੁੰਦੇ ਟੈਕਸ ਦੇਣ ਵਾਲੇ, ਸਤਿਗੁਰੂ ਕਹਿੰਦੇ ਉਹ ਜਿਹੜੇ ਹੁੰਦੇ ਆ ਨਾ, ਉਹ ਨੇਕ ਕਰਮੀ ਹੁੰਦੇ ਆ। ਭਾਵ ਉਹਨਾਂ ਦੀ ਕਾਮਨਾ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ, ਉਹ ਕਾਮਨਾ ਤੋਂ ਵਿਹੂਣ ਹੁੰਦੇ ਆ। ਤੇ ਉਹ ਜਿਹੜਾ ਵੀ ਕਰਮ ਕਰਦੇ ਆ, ਉਹ ਅਨਭੋਲ ਦੇ ਵਿੱਚ ਭਾਵੇਂ ਉਹਨਾਂ ਦੇ ਕੋਲੋਂ ਪਾਪ ਹੋ ਜਾਵੇ, ਪਰ ਉਹ ਪੁੰਨ ਫਲ ਉਹਨਾਂ ਨੂੰ ਜ਼ਿਆਦਾ ਹੁੰਦਾ ਉਹਨਾਂ ਕੋਲ। ਭਾਵ ਪੁੰਨ ਕਰਦੇ ਰਹਿੰਦੇ ਆ, ਹਰ ਵੇਲੇ ਕਿਸੇ ਕਿਸੇ ਦੀ ਮਦਦ ਕਰ ਦਿੱਤੀ, ਕਿਤੇ ਕਿਸੇ ਦੀ ਮਦਦ ਕਰ ਦਿੱਤੀ। ਇਸ ਤਰ੍ਹਾਂ ਉਹ ਪੁੰਨ ਕਮਾਉਂਦੇ ਰਹਿੰਦੇ ਆ। ਪਰ ਕਿਸੇ ਵੇਲੇ ਉਹਨਾਂ ਦੇ ਕੋਲੋਂ ਭੁੱਲ ਦੇ ਨਾਲ ਪਾਪ ਹੋ ਜਾਂਦਾ ਹੈ। ਤੇ ਜਦੋਂ ਭੁੱਲ ਦੇ ਨਾਲ ਉਹਨਾਂ ਦੇ ਕੋਲੋਂ ਪਾਪ ਹੋ ਜਾਵੇ, ਤੇ ਫਿਰ ਜਦੋਂ ਅਖੀਰਲਾ ਸਮਾਂ ਉਹਨਾਂ ਦਾ ਆਉਂਦਾ ਹੈ, ਜਦੋਂ ਪਰਮੇਸ਼ਵਰ ਦੀ ਦਰਗਾਹ 'ਚ ਉਹ ਜਾਂਦੇ ਆ ਨਾ, ਉਸ ਸਮੇਂ ਕੀ ਹੁੰਦਾ ਹੈ ਕਿ ਉਹਨਾਂ ਦੇ ਫਿਰ ਪੁੰਨ ਤੇ ਪਾਪ ਦੇ ਜਿਹੜੇ ਕਰਮ ਉਹ ਵਿਚਾਰੇ ਜਾਂਦੇ। ਵਿਚਾਰ ਇਹਨਾਂ ਦੇ ਕਰਮਾਂ ਦੀ ਵੀ ਹੁੰਦੀ ਹੈ, ਵਿਚਾਰੇ ਜਾਂਦੇ ਆ। ਫਿਰ ਇਹਨਾਂ ਦੇ ਜਿਹੜੇ ਪੁੰਨ ਕਰਮ ਹੁੰਦੇ ਆ, ਉਹ ਪਾਪ ਕਰਮਾਂ ਤੇ ਭਾਰੀ ਹੋ ਜਾਂਦੇ, ਕਿਉਂਕਿ ਇਹਨਾਂ ਨੇ ਕਰਮ ਜਿਹੜੇ ਕੀਤੇ ਹੁੰਦੇ ਆ, ਉਹ ਨੇਕਾਮ ਰਹਿ ਕੇ, ਕਾਮਨਾ ਤੋਂ ਵਿਹੀਨ ਜਿਹੜਾ ਕੀਤਾ ਹੁੰਦਾ ਕਰਮ। ਹੁਣ ਮੈਂ ਦੱਸ ਜਾਵਾਂ ਕਿ ਕਾਮਨਾ ਦੇ ਅਧੀਨ ਕਿਹੜਾ ਕਰਮ ਹੁੰਦਾ ਹੈ। ਕੋਈ ਵੀ ਕਰਮ ਹੈ ਨਾ, ਕੋਈ ਵੀ ਭੋਗ ਦੀ ਇੱਛਾ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਰਮ ਹੈ, ਉਹਦੇ ਪਿੱਛੇ ਸਾਡੀ ਕਾਮਨਾ ਕੀ ਹੈ, ਇਹ ਸਾਨੂੰ ਇਹ ਪਤਾ ਲੱਗਦਾ, ਇਹ ਸਾਨੂੰ ਪਾਪ ਦਾ ਤੇ ਪੁੰਨ ਦਾ ਫਲ ਦਿੰਦੀ ਹੈ ਕਾਮਨਾ। ਜਿਵੇਂ ਕੋਈ ਚੋਰ ਚੋਰੀ ਕਰਨ ਲੱਗਾ, ਉਹਦੇ ਪਿੱਛੇ ਉਹਦੀ ਕਾਮਨਾ ਕੀ ਹੈ ਕਿ ਉਹ ਜਾਣ ਬੁੱਝ ਕੇ ਚੋਰੀ ਕਰ ਰਿਹਾ ਜਾਂ ਵਾਕਈ ਉਹਦੀ ਜ਼ਰੂਰਤ ਹੈ ਤਾਂ ਚੋਰੀ ਕਰ ਰਿਹਾ। ਜੇ ਤੇ ਜਾਣ ਬੁੱਝ ਕੇ ਚੋਰੀ ਕਰ ਰਿਹਾ, ਫਿਰ ਤੇ ਪਾਪ ਕਰਮ ਹੈ। ਜੇ ਉਹਦੀ ਜ਼ਰੂਰਤ ਹੈ, ਉਹਨੂੰ ਕਿਤੇੋਂ ਵੀ ਕਿਤੇ ਕੁਛ ਨਹੀਂ ਮਿਲਿਆ, ਕਿਸੇ ਨੇ ਉਹਦੀ ਬਾਂਹ ਨਹੀਂ ਫੜੀ ਤੇ ਉਹਨੇ ਇੱਕ ਅੱਧਾ ਰੋਟੀ ਦਾ ਟੁਕੜਾ ਚੋਰੀ ਕਰ ਲਿਆ, ਤੇ ਇਹ ਉਹਦਾ ਮਤਲਬ, ਇਹਨੂੰ ਪਾਪ ਕਰਮ ਨਹੀਂ ਕਵਾਂਗੇ। ਪਾਪ ਕਰਮ ਹੋਵੇਗਾ ਪਰ ਇਹਦਾ ਫਲ ਨਹੀਂ ਇਹਨੂੰ ਮਿਲੇਗਾ, ਕਿਉਂਕਿ ਉਹਦੇ ਪਿੱਛੇ ਉਹਦੀ ਕਾਮਨਾ ਨਹੀਂ ਹੈ। ਸੋ ਇਸ ਤਰ੍ਹਾਂ ਇਹ ਨੇਕਾਮੀ ਜਿਹੜੇ ਹੁੰਦੇ ਆ, ਸਤਿਗੁਰਾਂ ਨੇ ਕਿਹਾ ਇਹਨਾਂ ਨੂੰ, ਇਹਨਾਂ ਦੇ ਪਾਪਾਂ ਦੇ ਉੱਤੇ ਇਹਨਾਂ ਦੇ ਕਰਮ ਭਾਰੀ ਹੋ ਜਾਂਦੇ ਆ। ਫਿਰ ਸਤਿਗੁਰੂ ਕਹਿੰਦੇ ਵੀ ਜਦੋਂ ਪਾਪਾਂ ਦੇ ਉੱਤੇ ਪੁੰਨ ਭਾਰੀ ਹੋ ਗਏ, ਫਿਰ ਇਹ ਜਦੋਂ ਧਰਮ ਰਾਜੇ ਦੀ ਕਚਹਿਰੀ 'ਚ ਖੜੇ ਹੁੰਦੇ ਆ, ਉੱਥੇ ਫਿਰ ਇਹਨਾਂ ਦੇ ਸਾਰਾ ਹਿਸਾਬ ਹੁੰਦਾ ਤੇ ਪਤਾ ਲੱਗਦਾ ਕਿ ਭਾਈ ਇਹ ਜਿਹੜੇ ਆ, ਇਹਨਾਂ ਨੇ ਪੁੰਨ ਬਹੁਤ ਕੀਤੇ ਆ। ਫਿਰ ਉਹਨਾਂ ਨੂੰ ਫਿਰ ਸੰਸਾਰ ਦੇ ਵਿੱਚ ਭੇਜਿਆ ਜਾਂਦਾ ਹੈ। ਸੰਸਾਰ 'ਚ ਜੇ ਉਹਨਾਂ ਦੇ ਜਿਹੜੇ ਪੁੰਨ ਕਰਮ ਆ, ਉਹ ਨਿਰਇੱਛਤ ਹਨ, ਭਾਵ ਜਿਹੜੇ ਪੁੰਨ ਕੀਤੇ ਆ, ਜੇ ਉਹਨਾਂ ਦੇ ਵਿੱਚ ਕੋਈ ਇੱਛਾ ਸੀ, ਇੱਛਾ ਨੂੰ ਰੱਖ ਕੇ ਕੀਤੇ ਆ, ਫਿਰ ਉਹਨਾਂ ਨੂੰ ਕਿਸੇ ਧਨਵਾਨ ਦੇ ਘਰ ਜਨਮ ਮਿਲ ਜਾਂਦਾ ਹੈ, ਜਿਹਦੇ ਕੋਲ ਵਾਹਵਾ ਧਨ ਪਦਾਰਥ ਹੁੰਦਾ ਹੈ, ਉਹਨਾਂ ਦੇ ਘਰ ਜਨਮ ਮਿਲ ਜਾਂਦਾ ਹੈ। ਤੇ ਜੇ ਉਹਨਾਂ ਨੇ ਉਹ ਪੁੰਨ ਕਰਮ ਨਿਰਇੱਛਤ ਕੀਤੇ ਹੁੰਦੇ ਆ, ਭਾਵ ਜਿਨ੍ਹਾਂ ਦੇ ਪਿੱਛੇ ਕੋਈ ਉਹਨਾਂ ਦੀ ਇੱਛਾ ਨਹੀਂ ਹੁੰਦੀ, ਜਦੋਂ ਨਿਰਇੱਛਤ ਉਹਨਾਂ ਨੇ ਕਰਮ ਕੀਤੇ ਹੁੰਦੇ ਆ, ਫਿਰ ਉਹਨਾਂ ਨੂੰ ਕਿਸੇ ਸਤਸੰਗੀ ਦੇ ਘਰ ਜਨਮ ਮਿਲ ਜਾਂਦਾ ਹੈ, ਕਿਸੇ ਸੰਤ ਮਹਾਂਪੁਰਸ਼ ਦੇ ਘਰ ਜਨਮ ਮਿਲ ਜਾਂਦਾ ਹੈ, ਤੇ ਫਿਰ ਉਹ ਨਾਮ ਜਪ ਕੇ ਆਪਣਾ ਜੀਵਨ ਸਵਾਰ ਲੈਂਦੇ ਆ। ਸੋ ਆਪ ਜੀ ਸਮਝ ਗਏ ਹੋਵੋਗੇ ਕਿ ਕਰਮ ਜਿਹੜੇ ਆ ਉਹਨਾਂ ਦੇ ਵੀ ਗਿਣੇ ਜਾਂਦੇ ਆ, ਪਰ ਜਿਹੜੇ ਪੁੰਨ ਕਰਮ ਉਹ ਪਾਪ ਕਰਮਾਂ ਤੇ ਭਾਰੀ ਪੈ ਜਾਂਦੇ ਆ,
ਤੇ ਫਿਰ ਜਿਹੜੇ ਪੁੰਨ ਕਰਮ ਹੁੰਦੇ ਆ ਉਹਨਾਂ ਦੀ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਨੇਹ ਕਰਮੀ ਆ ਕਿ ਸਹਿ ਕਰਮੀ ਆ, ਭਾਵ ਇਹਦੇ ਵਿੱਚ ਇੱਛਾ ਸੀ ਜਾਂ ਨਹੀਂ ਸੀ। ਜੇ ਇੱਛਾ ਦੇ ਨਾਲ ਚੰਗੇ ਕਰਮ ਕੀਤੇ ਆ ਫਿਰ ਕਿਸੇ ਧਨਵਾਨ ਦੇ ਘਰ ਜਨਮ ਮਿਲ ਜਾਂਦਾ ਹੈ। ਜੇ ਨਿਰ ਇੱਛਾ ਦੇ ਨਾਲ ਪੁੰਨ ਕਰਮ ਕੀਤੇ ਆ ਫਿਰ ਸਤ ਸੰਗਤ ਦੇ ਵਿੱਚ, ਭਾਵ ਸਾਧੂ ਸੰਤਾਂ ਦੇ ਘਰ ਜਨਮ ਮਿਲ ਜਾਂਦਾ ਹੈ, ਜਿਹੜੇ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਉਹਨਾਂ ਦੇ ਘਰ ਜਨਮ ਮਿਲ ਜਾਂਦਾ ਹੈ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਅਗਲੇ ਜਿਹੜੇ ਹਨ ਉਹ ਹੈ ਉਪਾਸ਼ਨਾ। ਸਤਿਗੁਰਾਂ ਨੇ ਕਿਹਾ ਜਿਹੜੀ ਉਪਾਸ਼ਨਾ ਹੁੰਦੀ ਆ ਨਾ, ਇਹ ਉਪਾਸ਼ਨਾ ਵਾਲੇ ਜਿਹੜੇ ਹੁੰਦੇ ਆ ਇਹ ਸੰਗਤ ਕਰਦੇ ਆ, ਸੰਗਤ ਦੇ ਵਿੱਚ ਆਉਂਦੇ ਆ ਤੇ ਸੰਗਤ ਤੋਂ ਲਾਹਾ ਪ੍ਰਾਪਤ ਕਰ ਜਾਂਦੇ ਆ। ਜਿਵੇਂ ਸਤਿਗੁਰਾਂ ਨੇ ਕਿਹਾ ਸੌਗਾਤਾਂ ਵੇਚਣ ਵਾਲੇ, ਘੋੜਿਆਂ ਵਾਲੇ ਘੋੜੇ ਬਾਜ ਆਦਿ ਵੇਚ ਕੇ ਤੇ ਸਾਰਾ ਕੁਝ ਲੈ ਕੇ ਚਲ ਜਾਂਦੇ ਆ ਤੇ ਖਾਂਦੇ ਆ, ਖਰਚਦੇ ਆ, ਆਨੰਦ ਲੈਂਦੇ ਆ। ਸਤਿਗੁਰ ਕਹਿੰਦੇ ਜਿਹੜੇ ਉਪਾਸ਼ਨਾ ਵਾਲੇ ਕਰਮ ਹੁੰਦੇ ਆ ਨਾ ਉਹ ਸਤ ਸੰਗੀ ਕਰਦੇ ਆ, ਸਤ ਸੰਗਤ ਚ ਜਾਂਦੇ ਆ, ਉੱਥੇ ਜਾ ਕੇ ਭਜਨ ਕਰਦੇ ਆ, ਨਾਮ ਜਪਦੇ ਆ, ਸੁਖੀ ਰਹਿੰਦੇ ਆ। ਉੱਥੇ ਜਾ ਕੇ ਉਹਨਾਂ ਨੂੰ ਫਿਰ ਕੋਈ ਕਰਮ ਭੋਗਣਾ ਹੀ ਨਹੀਂ ਪੈਂਦਾ। ਜਿਹੜੇ ਪਰਮੇਸ਼ਰ ਦੀ ਉਪਾਸ਼ਨਾ ਚ ਲੱਗੇ ਰਹਿੰਦੇ ਆ ਉਹਨਾਂ ਦਾ ਫਿਰ ਕੋਈ ਕਰਮ ਜਿਹੜਾ ਉਹ ਨਹੀਂ ਅੱਗੇ ਆਉਂਦਾ, ਫਿਰ ਉਹਨਾਂ ਨੂੰ ਪਾਪ ਪੁੰਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਮਿਲਦੀ। ਸਤਿਗੁਰੂ ਫਿਰ ਚੌਥੇ ਕਿਹੜੇ ਹਨ? ਸਤਿਗੁਰਾਂ ਨੇ ਕਿਹਾ ਗਿਆਨੀ। ਪਾਤਸ਼ਾਹ ਗਿਆਨੀ ਕਿਹੜੇ? ਸਤਿਗੁਰਾਂ ਨੇ ਕਿਹਾ ਜਿਹੜੇ ਗਿਆਨੀ ਹੁੰਦੇ ਆ ਨਾ ਉਹ ਸਰੀਰ ਨੂੰ ਮਿਥਿਆ ਜਾਣਦੇ ਆ, ਸਰੀਰ ਦੀ ਵਿਚਾਰ ਨਹੀਂ ਕਰਦੇ। ਉਹ ਸਮਝ ਲੈਂਦੇ ਵੀ ਸਰੀਰ ਨਹੀਂ ਆ, ਅਸੀਂ ਸਰੀਰ ਤੋਂ ਮੁਕਤ ਹਾਂ। ਤੇ ਕਰਮਾਂ ਨੂੰ ਵੀ ਉਹ ਝੂਠ ਜਾਣਦੇ ਆ, ਕਰਮਾਂ ਦੇ ਵਿੱਚ ਵੀ ਨਹੀਂ ਫਸਦੇ ਤੇ ਜੀਵਨ ਮੁਕਤ ਹੋ ਜਾਂਦੇ ਆ ਉਹ ਮਨੁੱਖ। ਤੇ ਸਤਿਗੁਰਾਂ ਨੇ ਕਿਹਾ ਇਹ ਜਿਹੜੀ ਪ੍ਰਾਪਤੀ ਆ ਨਾ ਮਿਲਦੀ ਸਤ ਸੰਗਤ ਦੇ ਵਿੱਚੋਂ ਹੀ ਆ। ਜਿਹੜੀ ਇਹ ਗਿਆਨੀ ਦੀ ਪਦਵੀ ਹੈ ਨਾ, ਜਿਹੜੀ ਇਹ ਕਰਮ ਹਨ, ਇਹਦੀ ਪ੍ਰਾਪਤੀ ਉਪਾਸ਼ਨਾ ਚ ਹੁੰਦੀ ਆ। ਜਿਹੜਾ ਸਿਮਰੇਗਾ, ਜਿਹੜਾ ਸਤ ਸੰਗਤ ਕਰੇਗਾ ਉਹੀ ਗਿਆਨੀ ਹੋਏਗਾ। ਫਿਰ ਜਿਹੜੇ ਗਿਆਨੀ ਹੋ ਜਾਂਦੇ ਆ ਫਿਰ ਉਹਨਾਂ ਨੂੰ ਕੋਈ ਵੀ ਕਰਮ ਜਿਹੜਾ ਉਹ ਨਹੀਂ ਵਿਆਪਦਾ, ਭਾਵ ਝੂਠ ਜਾਣਦੇ ਕਰਮਾਂ ਨੂੰ ਵੀ। ਸਤਿਗੁਰੂ ਕਹਿੰਦੇ ਜਿਵੇਂ ਸੂਰਜ ਦੇ ਲਾਗੇ ਅੰਧਕਾਰ ਨਹੀਂ ਜਾ ਸਕਦਾ, ਹਨੇਰਾ ਨਹੀਂ ਜਾ ਸਕਦਾ, ਤੈਸੇ ਕਹਿੰਦੇ ਉਸੇ ਤਰ੍ਹਾਂ ਹੀ ਇਹਨਾਂ ਦੇ ਨਿਕਟ, ਇਹਨਾਂ ਦੇ ਨੇੜੇ ਕਰਮ ਨਹੀਂ ਜਾਂਦੇ, ਇਹ ਜੀਵਨ ਮੁਕਤ ਹੋ ਜਾਂਦੇ ਜਿਹੜੇ ਗਿਆਨੀ ਹੁੰਦੇ। ਕਹਿੰਦੇ ਪਾਤਸ਼ਾਹ ਠੀਕ ਆ, ਸਾਨੂੰ ਇਹ ਵੀ ਸਮਝਾਓ ਕਿ ਮਹਾਰਾਜ ਗਿਆਨੀਆਂ ਨੂੰ ਵੀ ਕਰਮਾਂ ਦੀ ਜਿਹੜੀ ਆ ਵਿਚਾਰ ਕਰਨੀ ਪੈਂਦੀ ਆ। ਫਿਰ ਉਹ ਜਿਹੜੀ ਕਰਮ ਕਰਦੇ ਆ, ਜਿਹੜੇ ਗਿਆਨੀ ਮਨੁੱਖ ਹੁੰਦੇ ਆ, ਜਦੋਂ ਉਹ ਕਰਮ ਕਰਦੇ ਆ ਕੋਈ ਤੇ ਉਹਦਾ ਲੇਖਾ ਫਿਰ ਕਿੱਥੇ ਪੈਂਦਾ? ਪਾਤਸ਼ਾਹ ਨੇ ਬੜਾ ਸਮਝਾਇਆ। ਸਤਿਗੁਰਾਂ ਨੇ ਕਿਹਾ ਕਿ ਜਿਹੜੇ ਉਪਾਸ਼ਨਾ ਕਰਨ ਵਾਲੇ ਹੁੰਦੇ ਆ ਤੇ ਜਿਹੜੇ ਗਿਆਨੀ ਹੁੰਦੇ ਆ ਨਾ, ਇਹ ਜਿਹੜੇ ਕਰਮ ਕਰਦੇ ਆ ਇਹਨਾਂ ਦਾ ਲੇਖਾ ਪਤਾ ਕੌਣ ਦਿੰਦਾ? ਆਪ ਜੀ ਨੇ ਧਿਆਨ ਨਾਲ ਸੁਣਨਾ। ਸਤਿਗੁਰੂ ਕਹਿੰਦੇ ਇਹਨਾਂ ਦਾ ਲੇਖਾ ਪਤਾ ਕੌਣ ਦਿੰਦਾ ਹੈ? ਪਾਤਸ਼ਾਹ ਕੌਣ ਦਿੰਦਾ ਇਹਨਾਂ ਦਾ ਲੇਖਾ? ਪਾਤਸ਼ਾਹ ਕਹਿੰਦੇ ਜਿਹੜੇ ਇਹਨਾਂ ਦੀ ਨਿੰਦਿਆ ਕਰਦੇ ਆ ਨਾ ਉਹਨਾਂ ਨੂੰ ਨਰਕ ਪ੍ਰਾਪਤ ਹੁੰਦੇ ਆ। ਉਹ ਇਹਨਾਂ ਦੇ ਮਾੜੇ ਕਰਮ ਲੈ ਲੈਂਦੇ ਆ, ਇਹਨਾਂ ਦੇ ਪਾਪ ਉਹ ਲੈ ਲੈਂਦੇ ਸਿਰ ਤੇ ਜਿਹੜੇ ਇਹਨਾਂ ਦੀ ਉਪਾਸ਼ਨਾ ਕਰਦੇ ਆ, ਇਹਨਾਂ ਨੂੰ ਸੇਵਦੇ ਆ, ਉਹਨਾਂ ਨੂੰ ਪੁੰਨ ਫਲ ਪ੍ਰਾਪਤ ਹੁੰਦੇ ਇਹਨਾਂ ਦੇ ਕਰਮਾਂ ਦੇ। ਫਿਰ ਸਮਝਿਓ ਵੀ ਜਿਹੜੇ ਗਿਆਨੀ ਹੁੰਦੇ ਆ, ਜਿਨ੍ਹਾਂ ਦਾ ਜੀਵਨ ਮੁਕਤ ਹੋ ਜਾਂਦੇ ਆ, ਜਿਹੜੇ ਕਰਮਾਂ ਦੀ ਵਿਚਾਰ ਨਹੀਂ ਕਰਦੇ ਪਰ ਕਰਮ ਤੇ ਕਰਦੇ ਆ ਨਾ, ਅਕਸਰ ਉਹ ਵੀ ਸਾਹ ਲੈਂਦੇ ਆ, ਚੱਲਦੇ ਆ, ਫਿਰਦੇ ਆ, ਲੋਕਾਂ ਨੂੰ ਮਿਲਦੇ ਆ। ਤੇ ਪਾਤਸ਼ਾਹ ਫਿਰ ਉਹਨਾਂ ਦੇ ਕਰਮਾਂ ਦੀ ਜਿਹੜੀ ਆ ਉਹ ਕਿਵੇਂ, ਉਹਨਾਂ ਦੇ ਕਰਮ ਕਿੱਥੇ ਜਾਂਦੇ ਆ? ਪਾਤਸ਼ਾਹ ਨੇ ਕਿਹਾ ਜਿਹੜੇ ਉਹਨਾਂ ਲੋਕਾਂ ਦੀ ਨਿੰਦਿਆ ਕਰਦੇ ਆ ਨਾ, ਜਿੰਨੇ ਵੀ ਇਹਨਾਂ ਗਿਆਨੀਆਂ ਦੇ ਕੀਤੇ ਹੋਏ ਕਰਮਾਂ ਦੇ ਪਾਪ ਕਰਮ ਹਨ, ਉਹ ਉਹਨਾਂ ਨੂੰ ਲੱਗ ਜਾਂਦੇ ਜਿਹੜੇ ਨਿੰਦਿਆ ਕਰਦੇ ਆ, ਉਹਨਾਂ ਨੂੰ ਲੇਖਾ ਦੇਣਾ ਪੈਂਦਾ। ਤੇ ਜਿਹੜੇ ਇਹਨਾਂ ਦੀ ਉਪਾਸ਼ਨਾ ਕਰਦੇ ਆ, ਇਹਨਾਂ ਦੇ ਚਰਨੀ ਲੱਗਦੇ ਆ, ਉਹਨਾਂ ਨੂੰ ਇਹਨਾਂ ਮਹਾਂਪੁਰਖਾਂ ਦੇ, ਇਹਨਾਂ ਗਿਆਨੀਆਂ ਦੇ ਪੁੰਨ ਕਰਮ ਮਿਲ ਜਾਂਦੇ ਆ। ਵਿਚਾਰ ਇਹਨਾਂ ਦੀ ਵੀ ਹੁੰਦੀ ਆ, ਪਰ ਕੌਣ ਲੈ ਲੈਂਦੇ ਆ? ਜਿਹੜੇ ਇਹਨਾਂ ਨੂੰ ਨਿੰਦਿਆ ਕਰਦੇ ਆ ਤੇ ਜਿਹੜੇ ਇਹਨਾਂ ਦੀ ਉਪਾਸ਼ਨਾ ਕਰਦੇ ਆ। ਇਸ ਤਰ੍ਹਾਂ ਇਹਨਾਂ ਨੂੰ ਸਾਰਾ ਜਿਹੜਾ ਫਲ ਮਿਲਦਾ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ। ਆਖਰੀ ਰਹਿ ਗਈ। ਇਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਇਸ ਤਰ੍ਹਾਂ ਦੇ ਜੀਵਨ ਦੇ 4 ਕਰਮ ਹਨ ਜਿਨ੍ਹਾਂ ਨੂੰ ਕਮਾਉਂਦੇ ਹਨ ਤੇ ਉਹ ਮਨੁੱਖ ਇਸ ਤਰ੍ਹਾਂ ਜਿਹੜਾ ਜੀਵਨ ਦੇ ਵਿੱਚ ਅੱਗੇ ਵਧਦੇ ਹਨ। ਪਰ ਜਦੋਂ ਗਿਆਨੀ ਬਣ ਜਾਂਦੇ ਆ ਫਿਰ ਉਹਨਾਂ ਨੂੰ ਕੋਈ ਕਰਮ ਕਮਾਉਣ ਦੀ ਲੋੜ ਨਹੀਂ ਪੈਂਦੀ। ਸੋ ਅਗਲਾ ਸਿੱਖ ਹੈ, 2 ਸਿੱਖ ਹਨ, ਵਿਸ਼ਨੂੰ ਬੀਬੜਾ ਤੇ ਭਾਈ ਸੁੰਦਰ ਮਾਛੀ। ਇਹ ਦੋਵੇਂ ਗੁਰੂ ਅਰਜਨ ਸਾਹਿਬ ਦੇ ਹਜ਼ੂਰ ਆਏ ਆ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਕੋਈ ਸੇਵਾ ਬਖਸ਼ਿਸ਼ ਕਰੋ। ਪਾਤਸ਼ਾਹ ਨੇ ਕਿਹਾ ਭਾਈ ਸੁੰਦਰ ਤੂੰ ਨਾ ਲੱਕੜੀਆਂ ਲਿਆਇਆ ਕਰ ਜਾ ਕੇ ਲੰਗਰ ਵਾਸਤੇ, ਤੇ ਪਾਣੀ ਦੀਆਂ ਮਸ਼ਕਾਂ ਭਰ ਕੇ ਲਿਆਇਆ ਕਰ ਤੇ ਤੇਰਾ ਕਲਿਆਣ ਹੋਵੇਗਾ। ਤੇ ਸੁੰਦਰ ਵਾਹਿਗੁਰੂ ਫਿਰ ਵਿਸ਼ਨੂੰ ਨੂੰ ਸਤਿਗੁਰਾਂ ਨੇ ਆਗਿਆ ਕੀਤੀ ਹੈ ਕਿ ਭਾਈ ਪਿਛੜ ਰਾਤੀ ਉੱਠ ਕੇ ਅੰਮ੍ਰਿਤ ਵੇਲੇ
ਪਾਣੀ ਗਰਮ ਕਰਕੇ ਸਿੱਖਾਂ ਨੂੰ ਇਸ਼ਨਾਨ ਕਰਾਇਆ ਕਰ, ਸਿੱਖਾਂ ਦੇ ਪੈਰ ਧੋਇਆ ਕਰ ਮਲ ਕੇ, ਤੇ ਤੇਰਾ ਕਲਿਆਣ ਹੋਵੇਗਾ। ਇਸ ਤਰ੍ਹਾਂ ਇਹਨਾਂ ਦੋਵਾਂ ਸਿੱਖਾਂ ਦਾ ਜਿਹੜਾ ਭਾਈ ਵਿਸ਼ਨੂੰ ਤੇ ਭਾਈ ਸੁੰਦਰ ਮਾਛੀ, ਇਹਨਾਂ ਦੋਵਾਂ ਦਾ ਕਲਿਆਣ ਹੋਇਆ। ਸੋ ਇਹ ਜਿਹੜੇ 19ਵੀਂ ਪੌੜੀ ਦੇ ਸਿੱਖ ਸਨ, ਜਿਨ੍ਹਾਂ ਦੀ ਆਪਾਂ ਸਾਧ ਸੰਗਤ ਵਿਚਾਰ ਕੀਤੀ ਹੈ। ਸਮਾਂ ਕੀ ਹੋ ਗਿਆ? ਜਿਨ੍ਹਾਂ ਦੀ ਆਪਾਂ ਵਿਚਾਰ ਕੀਤੀ ਹੈ, ਸਮਾਂ ਹੋ ਚੁੱਕਾ ਹੈ। ਸੋ ਸਾਧ ਸੰਗਤ ਇਹ ਜਿਹੜੇ ਸਿੱਖ 19ਵੀਂ ਪੌੜੀ ਦੇ ਹਨ। ਸੋ ਆਪ ਜੀ ਨੇ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਹਰ ਰੋਜ਼ ਜੁੜਦੇ ਹੋ। ਸੋ ਸਤਿਗੁਰਾਂ ਨੇ ਕੀ ਵਿਚਾਰ ਕੀਤੀ ਹੈ, ਇਹਨਾਂ ਨੂੰ ਆਪਾਂ ਧਿਆਨ ਚ ਰੱਖੀਏ ਕਿ ਕੀ ਕਰਮ ਹਨ, ਕੀ ਕਿਵੇਂ ਕਰਮਾਂ ਦੀ ਵਿਚਾਰ ਹੁੰਦੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਹੈ, ਤੇ ਕਿੰਨੇ ਸੁੰਦਰ ਸੁੰਦਰ ਦੇਖੋ ਸਵਾਲ ਹਨ, ਤੇ ਕਿੰਨੇ ਸੁੰਦਰ ਸੁੰਦਰ ਸਤਿਗੁਰਾਂ ਨੇ ਜਵਾਬ ਦਿੱਤੇ ਆ। ਤੇ ਸਾਡੇ ਵੀ ਇਹੋ ਜਿਹੇ ਕਈ ਮਨ ਚ ਸਵਾਲ ਆਉਂਦੇ ਆ। ਜੇ ਇਹੋ ਜਿਹੀਆਂ ਚੀਜ਼ਾਂ ਅਸੀਂ ਪੜ੍ਹ ਲਿਆ ਕਰੀਏ, ਜਿਵੇਂ ਭਾਈ ਮਨੀ ਸਿੰਘ ਜੀ ਦੀ ਇਹ ਭਗਤ ਮਾਲਾ ਹੈ, ਜਾਂ ਇਸ ਤਰ੍ਹਾਂ ਦੇ ਹੋਰ ਗ੍ਰੰਥ ਹਨ, ਤੇ ਸਾਡੇ ਸਾਰੇ ਸ਼ੰਕੇ ਨਿਵਰਤ ਹੋ ਜਾਣ। ਅੱਜ ਸ਼ੰਕੇ, ਅੱਜ ਜਿੰਨਾ ਵੀ ਅਸੀਂ ਕੁਝ ਕਰ ਰਹੇ ਹਾਂ ਨਾ, ਉਹ ਸਾਨੂੰ ਜਿਹੜਾ ਹੈ ਨਾ, ਉਹ ਅਸੀਂ ਕਿਸੇ ਨੂੰ ਸੁਣ ਕੇ ਤੇ ਉਹਦੇ ਉੱਤੇ ਚੱਲ ਕੇ ਤੇ ਗੱਲ ਕਰਦੇ ਹਾਂ। ਪਰ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਪੜ੍ਹਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਤਿਗੁਰਾਂ ਦਾ ਉਪਦੇਸ਼ ਕੀ ਹੈ ਤੇ ਕਿਵੇਂ ਕਮਾਇਆ ਜਾ ਸਕਦਾ ਹੈ। ਜੇ ਪੜਾਂਗੇ ਤੇ ਪਤਾ ਲੱਗੇਗਾ, ਨਹੀਂ ਤੇ ਸਾਧ ਸੰਗਤ ਹਰ ਕੋਈ ਆਵੇਗਾ ਤੇ ਸਾਨੂੰ ਬੇਵਕੂਫ ਬਣਾ ਕੇ ਤੇ ਮਾਇਆ ਲੈ ਕੇ ਚਲਾ ਜਾਵੇਗਾ। ਫਿਰ ਇਹੀ ਹਾਲਾਤ ਸਾਡੇ ਉਹਨਾਂ ਪੰਡਤਾਂ ਵਾਂਗੂ ਹੋ ਜਾਣਗੇ, ਜਿਹੜੇ ਪੰਡਤ ਆਉਂਦੇ ਸੀ, ਵੇਦਾਂ ਦਾ ਪਾਠ ਕਰਦੇ ਸੀ, ਸੰਸਕ੍ਰਿਤ ਦਾ, ਨਾ ਕਿਸੇ ਨੂੰ ਪਤਾ ਲੱਗਦਾ ਸੀ, ਨਾ ਕੋਈ ਸੁਣਦਾ ਸੀ, ਤੇ ਚੁੱਪ ਕਰਕੇ ਜਜਮਾਨ ਕੋਲੋਂ ਪੈਸੇ ਲੈ ਕੇ ਗਾਂਹ ਜਾਂਦੇ ਸੀ। ਇਹੋ ਜਿਹੇ ਹਾਲਾਤ ਫਿਰ ਸਾਡੇ ਹੋ ਜਾਣਗੇ। ਇਸ ਕਰਕੇ ਬੜਾ ਜ਼ਰੂਰੀ ਹੈ। ਦੇਖੋ ਕਿੰਨੇ ਸੁੰਦਰ ਸਵਾਲ ਤੇ ਕਿੰਨੇ ਸੁੰਦਰ ਸਤਿਗੁਰਾਂ ਨੇ ਜਵਾਬ ਦਿੱਤੇ ਆ। ਜੇ ਇਹ ਅਸੀਂ ਵੀ ਆਪਣੇ ਜੀਵਨ ਚ ਕਮਾਈਏ, ਸਾਡਾ ਵੀ ਜੀਵਨ ਜਿਹੜਾ ਪਵਿੱਤਰ ਹੋ ਜਾਏਗਾ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਹੁਣ ਮੈਂ ਆਪ ਜੀ ਦਾ ਜਿਹੜਾ ਹੈ ਉਹ ਮਾਈਕ ਵਾਲੀ ਆਪਸ਼ਨ ਔਨ ਕਰਦੇ ਹਾਂ। ਜਿਨ੍ਹਾਂ ਨੇ ਕੋਈ ਪੁੱਛਣਾ ਹੈ ਤੇ ਉਹ ਆਪ ਜੀ ਪੁੱਛ ਸਕਦੇ ਹੋ ਸਵਾਲ। ਸਮਾਂ ਸੀਮਤ ਹੈ, ਸੋ ਸਮੇਂ ਦੀ ਵੀ ਸਮਾਪਤੀ ਹੋ ਚੁੱਕੀ ਹੈ। ਵਾਹਿਗੁਰੂ ਵਾਰੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗਿਆਨੀ ਜੀ, ਇੱਥੇ ਉਹ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਦੀ ਗੱਲ ਉਹਨਾਂ ਨੇ ਆਪ ਦੱਸੀ ਆ, ਜਦੋਂ ਉਹਨਾਂ ਦੀ ਇਹ ਸ਼ਬਦ ਗੁਰੂ ਸੁਰਤ ਧਨ ਚੇਲਾ, ਹਾਂਜੀ ਹਾਂਜੀ ਹਾਂਜੀ, ਇਹ ਸਿੱਧਾ ਨੇ ਸਵਾਲ ਜਿਹੜੀ ਕੀਤਾ ਹੋਈ ਸੀ, ਸੀ ਇਹਨਾਂ ਦੀ। ਕੌਣ ਗੁਰੂ ਕਿਸ ਕਾ ਤੂੰ ਚੇਲਾ, ਤੇ ਸਤਿਗੁਰਾਂ ਨੇ ਕਿਹਾ ਸੀ ਸ਼ਬਦ ਗੁਰੂ। ਹਾਂਜੀ, ਉਹ ਸਤਿਗੁਰਾਂ ਨੇ ਸਿੱਧ ਗੋਸ਼ਟ ਖੁਦ ਵੀ ਚ, ਸਿੱਧ ਦੱਸਿਆ। ਗੋਸ਼ਟ। ਹਾਂਜੀ ਬਿਲਕੁਲ, ਇਹ ਸਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਹੈ। ਨਹੀਂ ਤੇ ਹਰ ਕੋਈ ਜਿਹੜਾ ਹੈ ਉਹ ਸਾਨੂੰ ਇਹ ਭਰਮਾਉਂਦਾ ਰਹਿੰਦਾ ਗੁਰੂ ਨਾਨਕ ਦਾ। ਅੱਜ ਕੱਲ ਇਹੋ ਜ਼ਿਆਦਾ ਚੱਲਦਾ ਪਿਆ, ਜਿਹੜੇ ਦੇਹਧਾਰੀ ਹਨ ਉਹ ਵੀ ਇਹੀ ਗੱਲ ਕਰਦੇ ਆ ਕਿ ਗੁਰੂ ਨਾਨਕ ਦਾ ਕੋਈ ਗੁਰੂ ਸੀ ਤਾਂ ਹੀ ਉਹਨੇ ਗਾਂ ਗੁਰੂ ਬਣਾਇਆ। ਪਰ ਗੁਰੂ ਸਾਹਿਬ ਨੇ ਆਪ ਗੁਰਬਾਣੀ ਚ ਬਖਸ਼ਿਸ਼ ਕੀਤੀ ਹੈ, ਤੇ ਇਹ ਸਾਨੂੰ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ। ਪਰ ਇਹ ਸਤਿਗੁਰਾਂ ਨੇ ਉਦਾਹਰਨ ਦੇ ਕੇ ਸਮਝਾਇਆ, ਬਹੁਤ ਸੁੰਦਰ ਉਦਾਹਰਨ ਦਿੱਤੀ ਹੈ। ਇਸ ਕਰਕੇ ਦਾਸ ਨੇ ਇਹ ਉਸੇ ਹੀ ਗੁਰਬਾਣੀ ਦੀ ਹੀ ਵਿਆਖਿਆ ਕੀਤੀ ਹੈ ਭਾਈ ਮਨੀ ਸਿੰਘ ਨੀਵੇਂ। ਇਹ ਆਪਾਂ ਗੁਰਬਾਣੀ ਦੀ ਵਿਆਖਿਆ ਕਹਿ ਸਕਦੇ ਹਾਂ। ਬਿਲਕੁਲ, ਹਾਂਜੀ ਵਾਹਿਗੁਰੂ। ਹਾਂਜੀ, ਹੋਰ ਕਿਸੇ ਵੀਰ ਦਾ ਸਵਾਲ? ਗੁਰਪ੍ਰਤਾਪ ਸਿੰਘ। ਵਾਹਿਗੁਰੂ। ਗੁਰਪ੍ਰਤਾਪ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਠੀਕ ਹੈ ਜੀ, ਮੇਰੇ ਖਿਆਲ ਤੁਸੀਂ ਲੈਫਟ ਕਰਕੇ ਦੁਬਾਰਾ ਆ ਜਾਓ। ਹਾਂਜੀ, ਹੋਰ ਕਿਸੇ ਦਾ ਕੋਈ ਸਵਾਲ ਹੋਵੇ ਆਪਾਂ ਉਹ ਵਿਚਾਰ ਲਈ ਉਹਨਾਂ ਚ। ਹਾਂਜੀ, ਹੋ ਗਏ ਜੁਆਇਨ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਸੀਂ ਇੱਕ ਪੁਆਇੰਟ ਦੱਸਿਆ ਸੀ, ਇੱਕ ਵਾਰੀ ਥੋੜਾ ਰਿਪੀਟ ਕਰਿਓ, ਜਿਸ ਚ ਤੁਸੀਂ ਉਪਾਸਨਾ ਦਾ ਦੱਸਿਆ ਹੈ ਕਿ ਨਿਰਗੁਣ ਦੀ ਉਪਾਸਨਾ ਕਰਨੀ ਤੇ ਸਰਗੁਣ ਦੀ ਉਪਾਸਨਾ ਕਰਨੀ, ਤੇ ਉਹ ਮੈਂ ਐਕਚੁਅਲੀ ਕੈਚ ਨਹੀਂ ਕਰ ਪਾਇਆ। ਤੁਸੀਂ ਦੱਸ ਰਹੇ ਹੋ ਕਿ ਉਹ ਦੁਬਾਰਾ ਇੱਕ ਮਤਲਬ ਦੁਨਿਆਵੀ ਜੀਵਨ ਪ੍ਰਾਪਤ ਹੋ ਜਾਂਦਾ ਹੈ ਇੱਕ ਤਰੀਕੇ ਨਾਲ। ਇੱਕ ਵਾਰੀ ਉਹ ਰਿਪੀਟ ਕਰਿਓਗਾ। ਓਕੇ ਓਕੇ, ਅੱਛਾ ਵੀਰ ਜੀ, ਇੰਝ ਸੀ ਕਿ ਸਤਿਗੁਰਾਂ ਨੂੰ ਪੁੱਛਿਆ ਕਿ ਪਾਤਸ਼ਾਹ ਨਿਰਗੁਣ ਦੀ ਉਪਾਸਨਾ ਕਰਨੀ ਚਾਹੀਦੀ ਹੈ ਕਿ ਸਰਗੁਣ ਦੀ ਉਪਾਸਨਾ ਕਰਨੀ ਚਾਹੀਦੀ ਹੈ। ਸਤਿਗੁਰਾਂ ਨੇ ਕਿਹਾ ਕਿ ਭਾਈ ਉਪਾਸਨਾ ਜਿਹੜੀ ਹੈ ਉਹ ਨਾਮ ਦੇ ਨਾਲ ਹੋਣੀ ਹੈ, ਤੇ ਨਾਮ ਹੀ ਸਾਰਾ ਕੁਝ ਹੈ, ਭਾਵੇਂ ਸਰਗੁਣ ਰੂਪ ਹੈ ਭਾਵੇਂ ਪਰਮੇਸ਼ਰ ਦਾ ਨਿਰਗੁਣ ਰੂਪ ਹੈ। ਹੁਣ ਗੁਰੂ ਸਾਡੇ ਲਈ ਕੀ ਹੈ? ਸਰਗੁਣ ਰੂਪ, ਤੇ ਨਿਰੰਕਾਰ ਕੀ ਹੈ? ਨਿਰਗੁਣ ਰੂਪ। ਤੇ ਅਸੀਂ ਦੋਵੇਂ ਤਰ੍ਹਾਂ ਦੀ ਉਪਾਸਨਾ ਕਰਦੇ ਹਾਂ ਨਾ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉਹ ਸਾਡੇ ਸਰਗੁਣ ਰੂਪ ਗੁਰੂ ਹਨ, ਤੇ ਜਦੋਂ ਪੂਰੀ ਸ੍ਰਿਸ਼ਟੀ 'ਚ ਫੈਲਿਆ ਹੋਇਆ ਜਿਹੜਾ ਗੁਰੂ ਹੈ, ਪਰਮੇਸ਼ਵਰ ਜਿਹੜਾ ਹੈ, ਉਹ ਨਿਰਗੁਣ ਰੂਪ ਹੈ।
ਤੇ ਸਤਿਗੁਰੂ ਕਹਿੰਦੇ ਪਰ ਇਹਨਾਂ ਨੂੰ ਲਖਣ ਵਾਸਤੇ, ਇਹਨਾਂ ਨੂੰ ਜਾਣਨ ਵਾਸਤੇ ਨਾਮ ਜਪਣਾ ਜ਼ਰੂਰੀ ਹੈ। ਜਿਵੇਂ ਰਾਮ ਜੀ ਭਾਵੇਂ ਤ੍ਰੇਤੇ ਦੇ ਅਵਤਾਰ ਹੋਏ ਆ, ਉਦਾਹਰਨ ਦਿੱਤੀ, ਪਰ ਫਿਰ ਵੀ ਉਹਨਾਂ ਨੇ ਪਰਮੇਸ਼ਰ ਦਾ ਰਾਮ ਨਾਮ ਲਿਖ ਕੇ ਪੱਥਰਾਂ ਦੇ ਉੱਤੇ ਪਾਇਆ। ਹੋ ਸਕਦਾ ਸੀ ਉਹ ਸਮੁੰਦਰ ਵੀ ਸੁਕਾ ਦਿੰਦੇ, ਉਸ ਸਮੇਂ ਇੰਨੀ ਤਾਕਤ ਸੀ, ਪਰ ਉਹਨਾਂ ਨੇ ਫਿਰ ਵੀ ਨਾਮ ਜਿਹੜਾ ਪ੍ਰਗਟ ਕੀਤਾ। ਉਹਨਾਂ ਨੂੰ ਵੀ ਪਤਾ ਸੀ ਕਿ ਸਰਗੁਣ ਦੇ ਵਿੱਚ ਵੀ ਨਾਮ ਦੀ ਬੜੀ ਜ਼ਰੂਰਤ ਹੈ, ਤੇ ਸਰਗੁਣ ਦੀ ਪ੍ਰਾਪਤੀ ਜਿਹੜੀ ਉਹ ਨਾਮ ਜਪਣ ਕਰਕੇ ਹੈ। ਫਿਰ ਨਿਰਗੁਣ ਜਿਹੜਾ ਹੈ ਉਹ ਸਤਿਚਿਤ ਆਨੰਦ ਹੈ, ਤੇ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਵੀ ਨਾਮ ਜਪਣ ਨਾਲ ਹੁੰਦੀ ਹੈ। ਕਿਉਂਕਿ ਉਸ ਤਰ੍ਹਾਂ ਪਰਮੇਸ਼ਰ ਦਾ ਪਤਾ ਨਹੀਂ ਲੱਗਦਾ। ਅਸੀਂ ਇਹ ਕਹਿ ਦਿੰਦੇ ਹਾਂ ਪਰਮੇਸ਼ਰ ਹਰ ਥਾਂ ਹੈ, ਹਰ ਜਗ੍ਹਾ ਤੇ ਵਿਆਪਕ ਹੈ, ਪਰ ਕਿਵੇਂ ਪਤਾ ਲੱਗੇ? ਕਿਵੇਂ ਪਤਾ ਲੱਗੇ? ਉਹ ਪਤਾ ਤੇ ਨਾਮ ਜਪਣ ਨਾਲ ਲੱਗਣਾ ਹੈ ਨਾ। ਇਸ ਕਰਕੇ ਉਹ ਸਤਿਚਿਤ ਆਨੰਦ ਹੈ, ਪਰ ਉਹਦੀ ਪ੍ਰਾਪਤੀ ਕਦੋਂ ਹੈ? ਜਦੋਂ ਨਾਮ ਜਪਾਂਗੇ, ਫਿਰ ਉਹ ਸਾਡਾ ਹਿਰਦਾ ਸਾਫ਼ ਹੋਵੇਗਾ। ਜਦੋਂ ਮਨ ਸਾਫ਼ ਹੋ ਗਿਆ, ਫਿਰ ਉਹ ਨਿਰੰਕਾਰ ਆਪਣੇ ਆਪ ਅੰਦਰੋਂ ਪ੍ਰਗਟ ਹੋ ਜਾਵੇਗਾ। ਨਿਰਗੁਣ ਤੇ ਸਰਗੁਣ ਦੋਵਾਂ ਦੀ ਉਪਾਸਨਾ ਸਿੱਖ ਕਰਦਾ ਹੈ, ਪਰ ਸਿੱਖ ਨਾਮ ਦੇ ਨਾਲ ਉਹਨਾਂ ਦੀ ਉਪਾਸਨਾ ਕਰਦਾ ਹੈ। ਇਹ ਨਹੀਂ ਕਿ ਉਹਨਾਂ ਨੂੰ ਜਿਹੜਾ ਹੈ ਪੂਜਦਾ ਹੈ, ਜਿਵੇਂ ਮੂਰਤੀ ਨੂੰ ਪੂਜੀ ਜਾਂਦੇ ਆ, ਇਸ ਤਰ੍ਹਾਂ ਨਹੀਂ। ਉਹ ਨਿਰਗੁਣ ਤੇ ਸਰਗੁਣ ਨੂੰ ਯਾਦ ਕਰਦਾ ਹੈ, ਸਿਮਰਦਾ ਹੈ, ਪਰ ਉਹਦਾ ਤਰੀਕਾ ਕੀ ਹੈ? ਨਾਮ ਦੇ ਨਾਲ ਸਿਮਰਨਾ ਹੈ। ਠੀਕ ਹੈ ਜੀ? ਹਾਂਜੀ ਵੀਰ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਗੁਰਪ੍ਰਤਾਪ ਸਿੰਘ? ਹਾਂਜੀ ਹਾਂਜੀ ਵੀਰ ਜੀ, ਪੁਆਇੰਟ ਹੋ ਗਿਆ ਕਲੀਅਰ। ਓਕੇ ਵੀਰ, ਹਾਂਜੀ ਵੀਰ ਜੀ, ਠੀਕ ਹੈ ਜੀ, ਕਰੀਏ ਸਮਾਪਤੀ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਹਰ ਜੋ ਜੁੜਦੇ ਹੋ। ਸੋ ਇਸੇ ਤਰ੍ਹਾਂ ਸ਼ਾਮ ਨੂੰ ਜਾਪ ਸਾਹਿਬ ਦੀ ਸੰਥਿਆ ਚੱਲ ਰਹੀ ਹੈ, ਸ਼ਾਮ 6 ਵਜੇ ਦੀ ਕਲਾਸ ਹੈ। ਇਸੇ ਤਰ੍ਹਾਂ ਆਪ ਜੀ ਨੇ ਜੁੜਨ ਦੀ ਕਿਰਪਾਲਤਾ ਕਰਨੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।